ਵਿਚਾਰਧਾਰਾਵਾਂ ਜਿਹੜੀਆਂ ਕਲਾਸਾਂ ਨੂੰ ਵਰਗਾਂ ਨੂੰ ਉਹ ਨੁਮਾਇੰਦਗੀ ਦਿੰਦੀਆਂ ਨੇ, ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਐਕਸਪ੍ਰੈਸ਼ਨ ਹੁੰਦਾ ਹੈ, ਉਹ ਫੇਸ ਹੁੰਦੀਆਂ ਨੇ ਉਹ ਵਿਚਾਰਧਾਰਾਵਾਂ। ਕਿ ਬੀਜੇਪੀ ਸਰਕਾਰ ਆਉਣ ਤੋਂ ਬਾਅਦ ਮੇਰਾ ਖਿਆਲ ਜਿੰਨਾ ਜ਼ਿਆਦਾ ਦਲਿਤ ਜਾਤੀਆਂ ਤੇ ਮਿਨੋਰਟੀ ਤੇ ਜ਼ੁਲਮ ਹੋਇਆ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਇਹ ਅੱਜ ਜਿਹੜਾ ਕਿਸਾਨ ਅੰਦੋਲਨ ਹੈ ਸਾਰਾ, ਇਹਦੇ ਸਾਰਾ ਕੋਈ 1.5-2 ਕਿੱਲੇ ਵਾਲਾ ਕਿਸਾਨ ਨਹੀਂ ਬੈਠਾ, ਇਹਦੇ ਜੋ ਵੀ ਕਿਸਾਨ ਬੈਠਾ ਕਿ 50-60 ਕਿੱਲੇ ਜ਼ਮੀਨ ਵੀ ਹੈ, ਔਰ ਉਹ ਬੇਈਮਾਨੀ ਨਾਲ ਨਹੀਂ ਬੈਠਾ। ਕੋਈ ਕਹਿ ਦੇ ਕਿ ਉਹ ਬੇਈਮਾਨੀ ਨਾਲ ਬੈਠਾ, ਉਹਨੂੰ ਕੀ ਜ਼ਰੂਰਤ ਹੈ, ਕਿਉਂਕਿ ਉਹਨੂੰ ਪਤਾ ਹੁਣ ਤੇਰੀ ਇਹ ਵੀ ਜਾਏਗੀ। ਹਿਟਲਰ ਵੱਲੋਂ ਚੁਣੌਤੀ ਦਿੱਤੀ ਗਈ ਕਿ ਜਿਹੜੀਆਂ ਸਫੈਦ ਰੰਗ ਕੌਮਾਂ ਨੇ ਇਹ ਰਾਜ ਕਰਨ ਵਾਸਤੇ ਜੰਮੀਆਂ ਨੇ, ਇਹ ਹੀ ਸਭ ਨੂੰ ਸਿਆਣੀਆਂ ਹੁੰਦੀਆਂ ਨੇ ਔਰ ਇਹ ਮੁਲਕ ਦਾ ਦੁਨੀਆ ਤੇ ਰਾਜ ਕਰਨ ਦਾ ਹੱਕ ਰੱਖਦੀਆਂ ਨੇ। ਦੇਖੋ 18,000 ਕਰੋੜ ਚ ਤੁਹਾਡੀ 에ਅਰ ਇੰਡੀਆ ਵਿਕ ਰਹੀ ਹੈ ਔਰ ਉਸ ਦੇਸ਼ ਦਾ ਪ੍ਰਾਈਮ ਮਿਨਿਸਟਰ 8,000 ਕਰੋੜ ਦਾ ਜਹਾਜ਼ ਲੈ ਕੇ ਉੱਡਿਆ ਫਿਰਦਾ ਔਰ ਉਹ ਆ ਕੇ ਸਕਾਟਲੈਂਡ ਕਹਿੰਦਾ ਹੈ ਕਿ ਮੈਂ ਪੋਲਿਊਸ਼ਨ ਘੱਟ ਕਰਾਂਗਾ। ਸਾਰੇ ਦੁਨੀਆ ਦੇ ਜਿਹੜੇ ਗੂੰ ਨੇ ਇਕੱਠੇ ਹੋ ਗਏ, ਜਿਹੜੇ ਇੱਕ ਬੰਦਾ ਕਿ ਹਵਾਈ ਜਹਾਜ਼ ਲੈ ਗਿਆ ਜਿਹਨੇ ਸਭ ਤੋਂ ਜ਼ਿਆਦਾ ਪੋਲਿਊਸ਼ਨ ਪੈਦਾ ਕੀਤਾ ਹੈ, ਉਹ ਲੋਕਾਂ ਨੂੰ ਦੱਸ ਰਹੇ ਕਿ ਅਸੀਂ ਪੋਲਿਊਸ਼ਨ ਦੂਰ ਕਰਨ ਵਾਸਤੇ ਇਕੱਠੇ ਹੋਏ ਹਾਂ। पंजाबी नैशनल टैलीविजन ते प्रोग्राम एडमिटेड आई लैके हाजिर हाँ जी। मनजीत सिंह फिरमन वालों आप जी नूं प्यार अदब अते सत्कार भरी सत श्री अकाल, सलाम, नमस्ते। दोस्तों, भारत की आज़ादी तो लैके हुण तक उत्थों दे पोलीटिकल सिस्टम अते इकनॉमिक सिस्टम विच जो भी हुण तक फेरबदल आए ने, इस बाबत अज दे प्रोग्राम विच गलबात करांगे। प्रोग्राम विच मेरा साथ दे रहे ने हरियाणा के साबका MLA सरदार हरपाल सिंह जी। आओ जी इन्हों का स्वागत करते हैं। हरपाल जी, स्वागत है जी। आए नूं सत श्री अकाल, नमस्कार ते अस्सलाम वालेकुम मेरे सुनने वाले सारे दोस्तों नूं ते जिहड़े साडे हिंदुस्तान तो हिंदुस्तानी सुन रहे ने मैनूं, और शुक्रिया तुहाडे चैनल का जिहड़ा मैनूं रूबरू होने का मौका तुसीं दिता है लोगों सामने। हरपाल भाई, पहली गल तो यह भी काफ़ी लंबा समा लग गया आ जिहड़ा प्रोग्राम आपां अज कर रहे हैं, तुहाडा इंतज़ार सीगा सानूं भी साडे दर्शकों नूं भी, कित्थे रहे नज़र विचों लॉकडाउन करके विचों सी भगत सिंह दे जदों जन्मदिन सी सितंबर च उदों आउण दी सलाह सी, पर वो लॉकडाउन करके अपनी गैदरिंग उत्ते रोक लग गई जी। तो उस दौरान मैं ग्रेड प्रेशियल बाटा विच सी, उस तो बाहर नहीं निकल सकिया। तो हुण मैं परसों ही आया हाँ इत्थे कुछ दोस्तां मित्रां नूं मिलण वास्ते ग्रेड प्रेज तो जी। तो बहुत बहुत धन्यवाद तुहाडा, जी आयां नूं। तो बहुत बहुत शुक्रिया, इत्थे दोस्तां नूं मिल के बड़ी खुशी हुई है। तो अपने लोगों के रूबरू होना भी एक खुशी होंदी है कि अपने लोगों नाल अपनी जो भी थोड़ी बहुत समझ साझ है सांझी करन लगे सानू थोड़ा उहदे नाल विश्वास भी बहाल हुंदा है ते कुछ सीखण दा मौका भी मिलता है सानू भी। भाजी, तुसीं इंडियन पोलीटिकल सिस्टम नूं बड़ा नेड़ियों देखिया, ना सिर्फ देखिया उहदे विच विचरे भी। मैनूं ये दस्सिओ कि पुराने समा जदों सीगा उहदे विच ਜਿਹੜੀਆਂ ਵੱਖ-ਵੱਖ ਪੋਲੀਟੀਕਲ ਪਾਰਟੀ ਸੀਗੀਆਂ, ਚਾਹੇ ਉਹ ਕਾਂਗਰਸ ਸੀਗੀ, BJP ਸੀ ਜਾਂ ਕਮਿਊਨਿਸਟ ਪਾਰਟੀ ਸੀਗੀਆਂ, ਔਰ ਈਵਨ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀ ਸੀ ਜਿਵੇਂ ਅਕਾਲੀ ਦਲ ਹੈ ਜਾਂ ਹੋਰ ਵੱਖ-ਵੱਖ ਪਾਰਟੀਆਂ ਹੈ, ਇਹਨਾਂ ਦੀਆਂ ਵਿਚਾਰਧਾਰਾਵਾਂ ਹੁੰਦੀਆਂ ਸੀ। ਵਿਚਾਰਧਾਰਾ ਦੇ ਉੱਪਰ ਇਲੈਕਸ਼ਨ ਲੜੇ ਜਾਂਦੇ ਸੀ, ਮੈਂਬਰਸ਼ਿਪ ਬਣਾਈ ਜਾਂਦੀ ਸੀ ਔਰ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਸੀਗੀ। ਸਮੇਂ ਦੇ ਬੀਤਣ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਉਹ ਵਿਚਾਰਧਾਰਾਵਾਂ ਜਿਹੜੀਆਂ ਨੇ ਜਾਂਦੀਆਂ ਰਹੀਆਂ? विचारधारावां वो तो गई ने, पर यह नहीं कि विचारधारा तो बगैर कोई भी राजनीतिक सिस्टम हुंदा है जी। वो अज भी हैं विचारधारावां, क्योंकि विचारधारावां ਜਿਹੜੀਆਂ ਕਲਾਸਾਂ ਨੂੰ ਵਰਗਾਂ ਨੂੰ ਉਹ ਨੁਮਾਇੰਦਗੀ ਦਿੰਦੀਆਂ ਨੇ, ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਐਕਸਪ੍ਰੈਸ਼ਨ ਹੁੰਦਾ ਹੈ, ਉਹ ਫੇਸ ਹੁੰਦੀਆਂ ਨੇ ਉਹ ਵਿਚਾਰਧਾਰਾਵਾਂ। ਔਰ ਉਹਦੇ ਵਿੱਚ ਜਿਹੜੀਆਂ ਰਿਸ਼ਤੇ ਬਦਲਦੇ ਨੇ ਸਮਾਜ ਦੇ ਵਿੱਚ, ਜਿਹੜੀਆਂ ਰਾਜਨੀਤਿਕ ਆਰਥਿਕ ਖਾਸ ਕਰਕੇ ਆਰਥਿਕ ਤੇ ਜੇ ਆਰਥਿਕ ਦੇ ਨਾਲ ਜੁੜੇ ਫਿਰ ਸਮਾਜਿਕ ਸੰਬੰਧ ਬਦਲਦੇ ਨੇ, ਉਸੇ ਤਰੀਕੇ ਨਾਲ ਉਹ ਵਿਚਾਰਧਾਰਾਵਾਂ ਵੀ ਆਪਣੇ ਆਪ ਨੂੰ ਅਪਡੇਟ ਕਰਦੀ ਰਹਿੰਦੀਆਂ। ਨਹੀਂ ਕਿ ਕੋਈ ਚੀਜ਼ ਸਥਾਈ ਹੈ, ਸਥਾਈ ਕੋਈ ਚੀਜ਼ ਨਹੀਂ ਹੈ। ਜਿਹੜਾ ਸਵਾਲ ਤੁਸੀਂ ਉਠਾਇਆ ਹੈ ਕਿ ਉਹਨਾਂ ਦੇ ਉਹ ਵਿਚਾਰਧਾਰਾਵਾਂ ਜਿਹੜੀਆਂ ਪਾਰਟੀਆਂ ਕੋਲ ਸੀ ਅੱਜ ਨਹੀਂ ਹੈ, ਪਰ ਉਹ ਸਮਾਂ ਤੇ ਅੱਜ ਸਮੇਂ 'ਚ ਕਿ ਉੱਥੋਂ ਦੇ ਆਰਥਿਕ ਤੇ ਸਮਾਜਿਕ ਹਾਲਾਤ ਕੀ ਬਦਲੇ ਨੇ ਔਰ ਉਹਨਾਂ ਹਾਲਾਤਾਂ ਨੇ ਕਿਵੇਂ ਉਹਨਾਂ ਨੂੰ ਕੰਪੈਲ ਕੀਤਾ ਹੈ ਕਿ ਉਹ ਆਪਣੀ ਵਿਚਾਰਧਾਰਾਵਾਂ ਨੂੰ ਬਦਲ ਦੇਣ। ਵਿਚਾਰਧਾਰਾ ਅੱਜ ਵੀ ਹਨ, ਵਿਚਾਰਧਾਰਾ ਉਸ ਟਾਈਮ ਵੀ ਸੀ। उस टाइम ਜਿਹੜੀਆਂ क्षेत्रीय पार्टियां सी, जित तक संबंध है, हरियाणा है, पंजाब है, इवन के यूपी हर स्टेट में सी, ਉਹ ਉੱਥੋਂ ਦੇ ਜਿਹੜੇ ਮਿਡਲ ਕਲਾਸ ਸੀ ਜਾਂ ਵਿਚਕਾਰਲੀ ਕਲਾਸ ਸੀ, ਜਿਹਨੂੰ ਕਾਂਗਰਸ ਰਿਪ੍ਰੈਜ਼ੈਂਟ ਨਹੀਂ ਕਰਦੀ ਸੀ, ਨੁਮਾਇੰਦਗੀ ਨਹੀਂ ਦਿੰਦੀ ਸੀ। ਕਾਂਗਰਸ ਪਾਰਟੀ ਜਿਹੜੀ ਹੈ ਉੱਥੋਂ ਦੀ ਮੋਨੋਪੋਲੀ ਜਿਹੜੀ ਸੀ ਜਾਂ ਜਿਹੜੀ ਰਿਚੈਸਟ
ਕਲਾਸ ਸੀ ਉੱਥੋਂ ਦੀ ਇੰਡਸਟਰੀਅਲ ਕਲਾਸ, ਉਹਨੂੰ ਨੁਮਾਇੰਦਗੀ ਦਿੰਦੀ ਸੀ ਜੀ। ਪਰ ਜਿਹੜੀ ਵਿਚਕਾਰਲੀ ਕਲਾਸ ਹੈ, ਛੋਟੀ ਆਪਣੀ ਬਿਜ਼ਨਸ ਕਲਾਸ ਹੈ ਜਾਂ ਫਿਊਡਲ ਹੈ ਜਾਂ ਵੱਡੇ ਵੱਡੇ ਲੈਂਡਲੋਰਡਸ ਹੈ, ਇਹ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਨੂੰ ਨੁਮਾਇੰਦਗੀ ਦਿੰਦੀਆਂ ਸੀ। ਹਰਿਆਣੇ ਦੇਵੀ ਲਾਲ ਸੀ, ਉਧਰੋਂ ਬਾਦਲ ਸੀ, ਕਿਤੇ ਬੀਜੂ ਇੰਡੀਅਨ ਨੈਸ਼ਨਲ ਲੋਕ ਦਲ, ਪਾਰਟੀਆਂ ਨਾਂ ਰੱਖੇ ਸੀ, ਲੀਡਰ ਸੀ ਉਹਨਾਂ ਦੇ, ਤੇ ਉਹ ਉਹਨਾਂ ਦੀ ਨੁਮਾਇੰਦਗੀ ਵੀ ਕਰਦੇ ਸੀ ਔਰ ਉਹਨੂੰ ਅੱਗੇ ਕੈਰੀ ਵੀ ਕਰਦੇ ਸੀ। ਔਰ ਇਵੇਂ ਲੈਫਟ ਸੀ, ਲੈਫਟ ਆਪਣੇ ਆਪ ਨੂੰ ਕਹਿੰਦਾ ਸੀ ਕਿ ਅਸੀਂ ਮਜ਼ਦੂਰਾਂ ਤੇ ਕਿਸਾਨਾਂ ਦੀ, ਛੋਟੀ ਕਿਸਾਨੀ ਹੈ, ਛੋਟੀ ਮਜ਼ਦੂਰ ਵਰਗ ਹੈ, ਕਰਮਚਾਰੀ ਹੈ, ਵਿਦਿਆਰਥੀ ਹੈ, ਬੇਰੁਜ਼ਗਾਰ ਲੋਕ ਨੇ, ਉਹ ਵੀ ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਹਾਂ। ਪਹਿਲੀ ਚੀਜ਼ ਹੈ ਕਿ ਜਿਨ੍ਹਾਂ ਇਹ ਵਰਗਾਂ ਦੀ ਨੁਮਾਇੰਦਗੀ ਕਰਦੇ ਸੀ ਕਿ ਉਹਨਾਂ ਦੇ ਵਰਗਾਂ ਦੇ ਵਿੱਚ ਕੀ ਤਬਦੀਲੀ ਆਈ ਹੈ, ਆਰਥਿਕ ਤੇ ਸਮਾਜਿਕ, ਜਿਹਦੇ ਕਰਕੇ ਇਹਨਾਂ ਨੇ ਆਪਣੀ ਪਾਲਿਸੀਜ਼ ਬਦਲੀ ਹੈ। ਬਿਲਕੁਲ ਤੁਸੀਂ ਦੇਖੋਗੇ ਕਿ ਮੈਂ ਮਹਿਸੂਸ ਕੀਤਾ ਹੈ ਕਿ ਪਿੰਡਾਂ ਵਿੱਚ ਆਮ ਤੌਰ 'ਤੇ ਜਿਹੜਾ ਹੈ ਇੱਕ ਕਿਸਾਨੀ ਦਾ ਵਰਗ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ, ਹਰਤ ਕ੍ਰਾਂਤੀ ਜਿਹਨੂੰ ਬੋਲਦੇ ਆ, ਪਿੰਡਾਂ 'ਚ ਜਿਹੜੇ ਜਿਨ੍ਹਾਂ ਕੋਲ ਕੁਝ ਜ਼ਮੀਨਾਂ ਵਾਧੂ ਸੀ, ਫਾਲਤੂ ਸੀ, ਥੋੜ੍ਹਾ ਉਹ ਤਬਕਾ ਜਿਹੜਾ ਅਮੀਰ ਹੋ ਕੇ ਉਭਰਿਆ, ਜਿਹਨੇ ਐਕਸਪੋਰਟ ਔਰ ਉਹਦੇ 'ਚ ਖੇਤੀ 'ਚ ਫਾਇਦੇ ਲਏ ਜੀ, ਉਹ ਸ਼ਹਿਰ ਵੱਲ ਵੀ ਗਿਆ, ਸ਼ਹਿਰੀਕਰਨ ਹੋਇਆ ਇਹਨਾਂ ਸਾਲਾਂ ਦੇ ਵਿੱਚ। ਪਿੰਡਾਂ 'ਚੋਂ ਜਿਹੜੇ ਕਾਰੀਗਰ ਸਨ, ਜਿਹੜੇ ਖੇਤੀ ਨਾਲ, ਮੈਂ 30-40 ਸਾਲ ਪਹਿਲੋਂ ਪਿੰਡ ਦੇ ਵਿੱਚ ਖੇਤ ਮਜ਼ਦੂਰ ਨਹੀਂ ਸੀ, ਉਹ ਕਿਸਾਨ ਸੀ, ਭੂਮੀਹੀਨ ਕਿਸਾਨ, ਉਹਦਾ ਸ਼ੇਅਰ ਕਰੋਪਰ ਸੀ, ਜ਼ਮੀਨ ਵਿੱਚੋਂ ਦੇ ਉਹ ਫਸਲ 'ਚੋਂ ਹਿੱਸਾ ਲੈਂਦਾ ਸੀ, ਨਗਦੀ ਨੌਕਰੀ ਨਹੀਂ ਸੀ ਉਹਦੀ। ਜਿਹੜਾ ਪਿੰਡ 'ਚ ਤੁਹਾਡੇ ਸੰਦ ਬਣਾਉਣ ਵਾਲਾ, ਔਜ਼ਾਰ ਬਣਾਉਣ ਵਾਲਾ ਕਾਰੀਗਰ ਸੀ, ਉਹ ਵੀ ਤੁਹਾਡੇ ਫਸਲ ਦਾ ਇੱਕ ਹਿੱਸੇਦਾਰ ਹੁੰਦਾ ਸੀ, ਜੋ ਹਰ ਜੋੜੀ ਬਲਦ ਪਿੱਛੇ ਉਹਨਾਂ ਨੂੰ ਇਹ ਕਰੋਪ ਦਾ ਇੱਕ ਹਿੱਸਾ ਮਿਲਦਾ ਸੀ ਉਹਦੇ 'ਚੋਂ, ਔਰ ਉਹ ਸਾਰੀ ਕਰੋਪਸ ਦਾ ਉਹਦੇ 'ਚ ਪੱਠੇ ਵੀ ਆ ਜਾਂਦੇ ਸੀ, ਉਹਦੇ 'ਚ ਤੁਹਾਡਾ ਚਾਰਾ ਵੀ ਆ ਜਾਂਦਾ ਸੀ, ਕਦੇ ਕਿਤੋਂ ਵੱਢ ਲਿਆ, 2 ਭਰੀਆਂ ਕਦੇ ਕਿਤੋਂ ਵੱਢ ਲਿਆ, ਜਿਨ੍ਹਾਂ ਨਾਲ ਉਹਦੀਆਂ ਸੇਪੀਆਂ ਹੁੰਦੀਆਂ ਸੀ। ਈਵਨ ਕਿ ਮੈਂ ਉਸ ਤੋਂ ਪਿੱਛੇ ਚਲ ਜਾ, ਮੈਂ ਛੋਟਾ ਹਾਂ 10-12 ਸਾਲ ਦਾ, ਤੇ ਉਦੋਂ ਸਾਡੇ ਪਿੰਡ ਦੇ ਮੋਚੀ ਵੀ ਸਾਡਾ ਸ਼ੇਅਰ ਕਰੋਪਰ ਸੀ, ਉਹ ਕਿਸਾਨ ਸੀ, ਉਹ ਸਾਨੂੰ ਜੁੱਤੀਆਂ ਸੀ ਕਿ ਦਿੰਦਾ ਸੀ, ਅਸੀਂ ਉਹਨੂੰ ਦਾਣੇ ਦਿੰਦੇ ਸੀ, ਬਾਰਟਰ ਸਿਸਟਮ ਚੱਲਦਾ ਸੀ, ਬਾਰਟਰ ਸਿਸਟਮ ਸੀ। ਕੁਮਾਰ ਸਾਨੂੰ ਬਰਤਨ ਦੇ ਕੇ ਜਾਇਆ ਕਰਦਾ ਖੇਤਾਂ 'ਚ, ਘਰਾਂ 'ਚ ਵੀ ਵਰਤਣ ਵਾਸਤੇ, ਉਹ ਆਪਣਾ ਹਿੱਸਾ ਕਣਕ ਲੈ ਕੇ ਜਾਇਆ ਕਰਦਾ। ਮੈਂ ਦੇਖਿਆ ਮੇਰੇ ਪਿੰਡ ਵਿੱਚ ਜੁਲਾਏ ਜਿਹੜੇ ਸਾਡੇ ਤਾਣਾ ਬਾਣਾ, ਜਿਹੜੀ ਮੇਰੀ ਮਾਂ ਸੂਤ ਕਾਦੀ ਦੇ ਕੇ ਆਉਂਦੀ ਤੇ ਉਹਦੇ ਬਦਲੇ ਉਹ ਅਨਾਜ ਦਿੰਦੇ ਸੀ। ਨਗਦੀ ਬਹੁਤ ਘੱਟ ਸੀ, ਨਗਦੀ ਸੀ ਉਹ ਚੀਜ਼ ਸ਼ਹਿਰ 'ਚੋਂ ਲੈ ਕੇ ਆਉਂਦੇ ਸੀ ਜਿਹੜੀ ਅਸੀਂ ਖੁਦ ਪ੍ਰੋਡਿਊਸ ਨਹੀਂ ਕਰਦੇ ਸੀ। ਉਹਦੇ 'ਚ ਲੂਣ ਹੁੰਦਾ ਸੀ ਮੋਟੇ ਤੌਰ ਤੇ, ਜਾਂ ਗਰਮ ਮਸਾਲੇ ਹੁੰਦੇ ਸੀ, ਜਾਂ ਕੁਝ ਇਹੋ ਜਿਹੇ ਕੱਪੜੇ ਜਿਹੜੇ ਤੁਹਾਡੇ ਇਸਤੇਮਾਲ 'ਚ ਆਉਂਦੇ ਸੀ, ਜਾਂ ਕੁਝ ਮਸ਼ੀਨਾਂ। ਉਦੋਂ ਹਾਲਾਂਕਿ ਔਜ਼ਾਰ ਵੀ ਜਿਹੜੇ ਸਾਡੇ ਖੇਤੀ ਦੇ ਲੱਕੜ ਖੇਤਾਂ ਜਿਹੜੇ ਪੈਦਾ ਕਰਦੇ ਸੀ, ਜਾਂ ਸਾਡੇ ਪਿੰਡ ਦਾ ਲੋਹਾਰ ਉਹ ਤਿਆਰ ਕਰਦਾ ਸੀ ਸਾਡੇ ਸਾਰੇ ਔਜ਼ਾਰਾਂ ਨੂੰ, ਬਹੁਤ ਘੱਟ ਬਾਹਰੋਂ ਅਸੀਂ ਲੈ ਕੇ ਆਉਂਦੇ ਸੀ। ਪਰ ਹਰ ਗ੍ਰੀਨ ਰੈਵੋਲੂਸ਼ਨ ਆਉਣ ਨਾਲ, ਇੰਡਸਟਰੀਲਾਈਜ਼ੇਸ਼ਨ ਹੋਣ ਨਾਲ ਪਹਿਲਾ ਫੇਜ਼ ਵਿੱਚ ਜਿਹੜੇ ਉਹ ਲੋਕਾਂ ਦੀ ਜਿਹੜੀ ਸਰਪਲਸ ਪੈਦਾਵਾਰ ਵਧੀ ਔਰ ਉਹਦੇ 'ਚ ਅਮੀਰੀ ਆਈ 2 ਤਰ੍ਹਾਂ ਦੀ, ਤੇ ਉਹ ਲੋਕ ਸ਼ਹਿਰਾਂ ਵੱਲ ਵੀ ਸ਼ਿਫਟ ਹੋਏ ਨੇ। ਪਿੰਡਾਂ ਵਿੱਚ ਵੀ ਕੋਠੀਆਂ ਹੈ, ਪਰ ਪਿੰਡ ਦੀ ਜ਼ਮੀਨ ਜਿਹੜੀ ਹੈ ਮੁੱਖ ਤੌਰ ਤੇ ਉਹ ਪਿੰਡ ਵਿੱਚ ਸਮਾਜਿਕ ਰੁਤਬੇ ਨੂੰ ਕਾਇਮ ਕਰਨ ਵਾਸਤੇ ਰੱਖੀ ਉਹਨਾਂ ਨੇ। ਉਹ ਪਿੰਡ ਦਾ ਸਰਪੰਚ ਵੀ ਹੈ, ਔਰ ਇੱਕ ਭਰਾ ਜਾ ਕੇ ਉੱਥੇ ਸ਼ਹਿਰ 'ਚ ਕਾਉਂਸਲਰ ਵੀ ਬਣਿਆ, ਜਾਂ ਉਹਦੀ ਭਾਬੀ ਜਾਂ ਭਰਾ ਉਹ ਕਾਉਂਸਲਰ ਬਣਿਆ। ਸ਼ਰਾਬ ਦੇ ਠੇਕਿਆਂ 'ਚ ਹਿੱਸੇਦਾਰੀ, ਛੋਟੀ ਮੋਟੀ ਟਰੱਕਿੰਗ ਦਾ ਵਿੱਚ, ਜਾਂ ਤੁਹਾਡੇ ਲਾ ਲਓ ਤੁਸੀਂ ਰੀਅਲ ਐਸਟੇਟ ਦੇ ਵਿੱਚ ਰੀਅਲਟਰ, ਇਹ ਕੰਮ ਕੀਤੇ ਨੇ। ਉਹ ਫਿਰ ਕੀ ਕਰਦਾ ਹੈ ਕਿ ਉਹ ਪਿੰਡ ਦੀ ਜਿਹੜੀ ਆਪਣਾ ਦਾ ਸਮਾਜਿਕ ਦਬਦਬਾ ਹੈ, ਉਹ ਵੋਟਾਂ ਨੂੰ ਇਸਤੇਮਾਲ ਕਰਦਾ, ਪਾਉਂਦਾ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ, ਜਿੰਦੇ ਥਰੂ ਆਪਣੇ ਭਰਾ ਭਤੀਜਾ ਨੂੰ ਤਹਿਸੀਲਦਾਰ, SDM, ਛੋਟੀ ਛੋਟੀ ਨੌਕਰੀਆਂ ਜਾਂ ਉਸ ਪਾਰਸ਼ਾਂ ਨਾਲ ਕਰਵਾਉਣਾ ਨੇ, ਬੈਨੀਫਿਟ ਲੈਣੇ ਨੇ, ਜਾਂ ਕੋਟੇ ਪਰਮਿਟ ਲੈਣੇ ਨੇ। ਇੱਕ ਵਰਗ ਪੈਦਾ ਹੋਇਆ ਹੈ। ਇਸ ਦਾ ਮਤਲਬ ਕਿ ਇੰਟਰਸਟ ਬਦਲ ਗਿਆ ਨੇ, ਸਮਾਜਿਕ ਢਾਂਚਾ ਬਦਲ ਰਿਹਾ ਹੈ। ਉਸ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ, ਫਿਰ 90 ਦਾ ਦੌਰ ਆਉਂਦਾ ਹੈ, ਉਸ ਟਾਈਮ ਤੱਕ ਜਿਹੜੀਆਂ ਖੇਤਰੀਆਂ ਪਾਰਟੀਆਂ ਨੇ, ਜਿਹੜੀਆਂ ਹਿੱਸੇਦਾਰੀਆਂ ਮੰਗਦੀਆਂ ਰਾਜ 'ਚ ਵੀ ਤੇ ਸਟੇਟ ਦੇ ਵਿੱਚ ਵੱਧ ਅਧਿਕਾਰਾਂ ਦੀ ਗੱਲ ਵੀ ਚੱਲਦੀ ਰਹੀ ਉਹਦੇ 'ਚ। ਉਹ ਜਦੋਂ 90 ਦੇ ਦੌਰ ਤੋਂ ਬਾਅਦ ਖਾਸ ਕਰਕੇ ਵੱਡੇ ਪਰਿਵਰਤਨ ਹੋਏ, ਜਦੋਂ ਇਹ ਸੋਵੀਅਤ ਯੂਨੀਅਨ ਦਾ ਟੁੱਟ ਜਾਣਾ ਔਰ ਪੂਰੇ ਦੁਨੀਆ ਵਿੱਚ ਇੱਕ ਤਰਫਾ ਹੋ ਗਿਆ ਸੰਤੁਲਨ ਤਾਕਤਾਂ ਦਾ, ਔਰ ਕਾਰਪੋਰੇਟਾਈਜੇਸ਼ਨ ਹੋਇਆ, ਜਿਹਨੂੰ ਗਲੋਬਲਾਈਜੇਸ਼ਨ ਵੀ ਕਹਿੰਦੇ ਆ, ਨਿਊ ਇਕਨੋਮਿਕ ਪਾਲਿਸੀਜ਼ ਆਈਆਂ ਉਹਦੇ 'ਚ, ਜਿਹਦੇ 'ਚ ਉਹ ਜਿਹੜੀ ਮੋਨੋਪੋਲਿਸੀ ਉਹਨੇ ਹੋਰ ਰੂਪ ਚੇਂਜ ਕੀਤਾ, ਉਹ ਮਲਟੀ ਨੇਸ਼ਨਸ 'ਚ ਕਨਵਰਟ ਹੋ ਗਈ। ਉਸ ਤੋਂ ਬਾਅਦ ਉਸ ਨੇ ਇੱਕ ਰਾਜਨੀਤਿਕ ਸਿਸਟਮ ਨੂੰ ਬਦਲਣ ਵਾਸਤੇ ਪਹਿਲੀ ਗੱਲ ਤਾਂ ਉਹਨੇ ਕਰਪਟ ਕੀਤੀ ਜਿਹੜੀ ਲੋਕਲ ਪੋਲਿਟਿਕਸ ਵੀ ਔਰ ਸੈਂਟਰਲ ਪੋਲਿਟਿਕਸ ਵੀ, ਤਾਂ ਕਿ ਉਸ ਕਰਪਟ ਪੋਲਿਟਿਕਸ ਵਿੱਚੋਂ ਉਹਦੇ ਵਾਸਤੇ ਜਿਹੜੇ ਪਾਰਲੀਮੈਂਟ 'ਚ ਔਰ ਅਸੈਂਬਲੀਆਂ 'ਚ ਕਾਨੂੰਨ ਪਾਸ ਕਰਾਉਣੇ ਆਸਾਨ ਹੋ ਜਾਣ। ਜਦੋਂ ਉਹ ਰਾਜਨੀਤਿਕ ਕਰਪਸ਼ਨ ਵਾਸਤੇ ਗਈ ਤੇ ਉਹ ਜਿਹੜੇ ਥਲਵੇ ਨੁਮਾਇੰਦਗੀ ਸੀ, ਉਹਦੀ ਵਫਾਦਾਰੀ ਵੀ ਉਹਨਾਂ ਵਰਗਾਂ ਨੂੰ ਬਦਲ ਕੇ ਉਸ ਕਾਰਪੋਰੇਟ ਦੇ ਪ੍ਰਤੀ ਚਲੀ ਗਈ, ਔਰ ਉਹਦੀ ਟ੍ਰੈਜਡੀ ਉਹਨਾਂ ਵਰਗਾਂ ਨੇ ਵੀ ਭੁਗਤੀ ਜਿੰਦੀ ਉਹ ਨੁਮਾਇੰਦਗੀ ਹੋਣ ਦਾ ਦਾਅਵਾ ਕਰਦੇ ਰਹੇ। ਆ ਜਿਹੜਾ ਅੱਜ ਸੱਤਾ ਬੈਠੇ ਨੇ ਜਨਸੰਘ ਵਾਲੇ, ਇਹਨਾਂ ਨੂੰ ਅਸੀਂ ਦੁਕਾਨਦਾਰਾਂ ਦੀ ਪਾਰਟੀ ਕਹਿੰਦੇ ਸੀ, ਬਿਲਕੁਲ, ਪਰ ਹੋ ਕਿਹਦੀ ਨਿਬੜੀ ਹੈ? ਕਾਰਪੋਰੇਟ ਦੀ।
ਅੱਜ ਇੱਕ ਕਿੱਸਾ ਜਿਹੜਾ ਥਲਮਾ ਸੀ ਜਿਹੜਾ ਜਿਹਨੇ ਗ੍ਰੀਨ ਰੈਵੋਲੂਸ਼ਨ ਦੇ ਜਿਹਦੇ ਮੋਢਿਆਂ ਤੇ ਆਇਆ ਸੀ, ਪਰ ਉਹਦਾ ਬੈਨੀਫਿਟ ਉਹਨੇ ਨਹੀਂ ਮਿਲੇ। ਥੋੜੀ ਦੇਰ ਬਾਅਦ ਹੀ ਉਹ ਕਰਜ਼ੇ 'ਚ ਧੱਕਿਆ ਗਿਆ, ਆਤਮ ਹੱਤਿਆ ਵੱਲ ਵਧਿਆ। ਜਿਹੜਾ ਉਹ ਛੋਟੀ ਕਿਸਾਨੀ ਭੂਮੀਹੀਨ ਜਿਹੜਾ ਕਾਰੀਗਰ ਸੀ, ਜਿਹੜਾ ਕਾਰੀਗਰ ਨਿਕਲ ਕੇ ਵਰਕਸ਼ਾਪਾਂ 'ਚ ਚਲਾ ਗਿਆ, ਉਹ ਤਾਂ ਬਚ ਗਿਆ। ਬਾਕੀ ਕਾਰੀਗਰ ਤਾਂ ਦਿਹਾੜੀਦਾਰ ਬਣ ਗਿਆ। ਉਹ ਕਿ ਉਹਦਾ ਸੰਦ ਬਣਾਉਣ ਦਾ, ਜਾਂ ਲੈਣ ਦਾ, ਜਾਂ ਮੰਜਾ, ਜਾਂ ਬਿਸਤਰਾ, ਜਾਂ ਜੁੱਤਾ, ਉਹ ਤਾਂ ਸਾਰਾ ਫੈਕਟਰੀ ਬਣਿਆ ਆਉਣ ਲੱਗ ਗਿਆ। ਇਹ ਦੋ ਤਰ੍ਹਾਂ ਦੇ ਆ ਰਹੇ ਪਰਿਵਰਤਨ ਆ ਰਹੇ ਨੇ। ਔਰ ਮੈਂ ਇਹਨਾਂ ਦਿਨਾਂ 'ਚ ਦੇਖਿਆ ਹੈ, ਤੁਸੀਂ ਸ਼ਹਿਰਾਂ 'ਚ ਜਿਹੜਾ ਅਰਬਨਾਈਜੇਸ਼ਨ ਹੋਇਆ ਦੋ ਤਰ੍ਹਾਂ ਦਾ ਹੋਇਆ। ਫਿਰ ਇੱਕ ਅਰਬਨਾਈਜੇਸ਼ਨ ਉਹ ਹੈ ਜਿਹੜਾ ਮੈਂ ਤੁਹਾਨੂੰ ਦੱਸ ਕੇ ਗਿਆ। ਇੱਕ ਅਰਬਨਾਈਜੇਸ਼ਨ ਹੋਰ ਵੀ ਆਇਆ ਕਿ ਉਹ ਜਿਹੜਾ ਕਾਰੀਗਰ, ਉਹ ਜਿਹੜਾ ਕਿੱਲੇ 2 ਕਿੱਲੇ ਵਾਲੇ ਜਦੋਂ ਸਪੇਸ ਨਹੀਂ ਮਿਲਿਆ, ਉਹ ਤੁਹਾਨੂੰ ਅਗਰ ਕਿਸੇ ਸ਼ਹਿਰ ਦੀਆਂ ਬਾਹਰ ਦੀਆਂ ਬਸਤੀਆਂ, ਜਿਹਨੂੰ ਅਨਆਥੋਰਾਈਜ਼ ਬਸਤੀਆਂ ਕਹਿੰਦੇ, ਝੁੱਗੀਆਂ ਝੋਪੜੀਆਂ, ਨਹੀਂ ਝੁੱਗੀਆਂ ਝੋਪੜੀਆਂ ਵੀ ਨਹੀਂ, ਉਦੋਂ ਬਾਹਰ ਦੀਆਂ ਜ਼ਮੀਨਾਂ ਇੰਨੀਆਂ ਮਹਿੰਗੀਆਂ ਨਹੀਂ ਹੋਈ ਸੀ ਜਿਹੜੇ ਅਰਬਨਾਈਜੇਸ਼ਨ ਦੇ ਵਿੱਚ। ਉੱਥੋਂ ਕਿੱਲਾ 1.5 ਕਿੱਲਾ ਜ਼ਮੀਨ ਕੁਛ ਕਰਜ਼ੇ ਗਈ, ਕੁਛ ਉਹਨੇ 10 ਮਰਲੇ ਕਨਾਲ ਉੱਥੇ ਥਾਂ ਲੈ ਲਈ। ਉੱਥੇ ਉਹਨੇ ਆਪਣਾ ਕੋਈ ਟਰੈਕਟਰ ਪਾ ਲਈ, ਟਰਾਲੀ ਮਿੱਟੀ ਢੋਣ ਵਾਲੀ ਪਾ ਲਈ, ਜਾਂ ਇਹ ਕੰਮ ਕਰਨਾ। ਇਹ ਤੁਹਾਨੂੰ ਬਾਹਰ ਦੀਆਂ ਬਸਤੀਆਂ ਮਿਲਣਗੀਆਂ। ਉਹਨਾਂ 'ਚੋਂ ਜਿਹੜਾ ਕਾਰੀਗਰ ਵੀ ਹੈ, ਉਹਦੇ 'ਚ ਜਿਹੜਾ ਛੋਟਾ ਕਿਸਾਨ ਵੀ ਹੈ। ਔਰ ਪਿੰਡਾਂ 'ਚ ਵੀ 5-10% ਲੋਕ ਉਹ ਗਾਇਬ ਨੇ ਜਿਹੜੇ ਛੋਟੇ ਸਤਰ ਤੇ ਕੰਮ ਕਰਦੇ ਸੀ। ਇਹ ਦੋ ਚੀਜ਼ਾਂ ਅਸੀਂ ਆਮ ਲੋਕਾਂ 'ਚ ਵੇਖਦੇ ਹਾਂ, ਰੋਜ਼ ਵੇਖਦੇ ਹਾਂ। ਉਹ ਆਊਟਰ 'ਚ ਨੇ। ਜਿਹੜੇ ਪਹਿਲੇ ਹਿੱਸੇ ਦੀ ਮੈਂ ਗੱਲ ਕਰਕੇ ਗਿਆ, ਉਹ ਜਿਹੜੇ ਸਾਡੇ ਸੈਕਟਰ ਡਿਵੈਲਪ ਹੋਏ ਨੇ, ਉਹਨਾਂ ਦੀ ਘਰ ਉੱਥੇ ਮਿਲਣਗੇ। ਆਏ ਇੱਕੋ ਸੇਮ ਜਗ੍ਹਾ ਤੋਂ ਨੇ, ਇੱਕ ਸੈਕਟਰ 'ਚ ਬੈਠਾ ਹੈ, ਇੱਕ ਆਊਟਰ ਜਗ੍ਹਾ ਬੈਠਾ, ਜਿਹੜੇ ਜਿਹਨੂੰ ਅਨਆਥੋਰਾਈਜ਼ ਬਸਤੀਆਂ ਕਹਿੰਦੇ, ਜਿਹਦੇ 'ਚ ਕੋਈ ਪਾਰਕ ਨਹੀਂ ਹੈ, ਕੋਈ ਸੜਕ ਸਿੱਧੀ ਨਹੀਂ ਹੈ, ਕੋਈ ਲਾਈਟ ਨਹੀਂ ਹੈ, ਕੋਈ ਪਾਣੀ ਸਿਸਟਮ ਨਹੀਂ ਹੈ। ਉਹ ਜਦੋਂ ਵੋਟਾਂ ਆਉਂਦੀਆਂ, ਜਿਹਨਾਂ ਵੋਟਾਂ ਬਣਵਾ ਲਈਆਂ, ਉਹਨੇ ਕਿਹਾ ਵੀ ਮੈਨੂੰ ਪਾਣੀ ਦੇ ਦਿਓ, ਉੱਥੇ ਪਾਈਪ ਪਾ ਦਿੱਤੀ, ਉਨੀ ਸੜਕ ਬਣ ਗਈ। ਉਹਦੀ ਕੋਈ ਪਲੈਨਿੰਗ ਨਹੀਂ ਹੈ। ਔਰ ਅਜੇ ਵੀ ਉਹ ਭੁਗਤ ਭੋਗੀ ਨੂੰ ਕੋਈ ਸਕੂਲ ਨਹੀਂ ਹੈ ਸਰਕਾਰੀ। ਆਏ ਤੋਂ ਇਸ ਵਾਸਤੇ ਅਸੀਂ ਮਜਬੂਰੀ, ਬਸ ਕੋਈ ਪਿੰਡਾਂ 'ਚ ਰੁਜ਼ਗਾਰ ਖਤਮ ਹੋਇਆ ਹੈ। ਇਹ ਦੋ ਚੀਜ਼ਾਂ ਬਣ ਕੇ ਉਭਰੀਆਂ, ਜਿਹੜਾ ਸਮਾਜਿਕ ਢਾਂਚਾ ਬਣਿਆ। ਫਿਰ ਜਦੋਂ ਕਾਰਪੋਰੇਟ ਦੀ ਲੁੱਟ ਹੋਰ ਤੇਜ਼ ਹੋਈ ਹੈ, ਉਹਨੇ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਖਿੱਚਿਆ, ਬਲਕਿ ਬਰਬਾਦ ਕੀਤਾ। ਤੁਸੀਂ ਇੱਕ ਮੈਂ ਐਗਜ਼ਾਮਪਲ ਦੇ ਕੇ ਨਾਲ ਦੱਸਾਂ, ਸਮਝਾਏ ਸ਼ਾਇਦ, ਕਿ ਬੀਜੇਪੀ ਸਰਕਾਰ ਆਉਣ ਤੋਂ ਬਾਅਦ ਮੇਰਾ ਖਿਆਲ ਜਿੰਨਾ ਜ਼ਿਆਦਾ ਦਲਿਤ ਜਾਤੀਆਂ ਤੇ ਮਿਨੋਰਟੀ ਤੇ ਜ਼ੁਲਮ ਹੋਇਆ, ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ। ਤੇ ਮਾਇਆਵਤੀ ਕੋਲ ਟੈਂਡਰ ਸੀ ਦਲਿਤ ਜਾਤੀਆਂ ਦਾ, ਇੱਕ ਵਾਰੀ ਨਹੀਂ ਬੋਲੀ। ਕਿਉਂ ਨਹੀਂ ਬੋਲੀ? ਕਿ ਮਾਇਆਵਤੀ ਜੇਪੀ ਜਿਹੜੀ ਇੰਡਸਟਰੀ ਸੀ ਉਹਦੇ ਨਾਲ ਸੀ, ਉਹਨੇ ਦਿੱਤਾ ਬਹੁਤ ਕੁਝ, ਉਹ ਤੋਂ ਖਾਧਾ ਹੈ। ਔਰ ਜਿਹੜਾ ਮੁਲਾਇਮ ਸਿੰਘ ਹੋ ਰਹੀ ਸੀ, ਰਾਣੀ ਬਾਣੀ ਨਾਲ ਸੀ, ਅਮਾੜੀ ਨਾਲ ਸੀ। ਇਸ ਵਕਤ ਕੋਈ ਨਾ ਕੋਈ ਜਿਹੜੀ ਵੀ ਰੀਜਨਲ ਪਾਰਟੀ ਕਿਸੇ ਨਾਲ ਜੁੜੀ ਹੋਈ ਹੈ। ਔਰ ਉਹ ਹੁਣ ਐਕਸਪੋਜ਼ ਹੋ ਰਹੀਆਂ ਨੇ, ਇਸ ਅੰਦੋਲਨ ਨੇ ਵੀ ਕੀਤੀਆਂ ਨੇ। ਕਿ ਜਦੋਂ ਲੋਕ ਵਿਰੋਧੀ ਕਾਨੂੰਨ ਬਣ ਰਹੇ ਸੀ, ਕਾਂਗਰਸ ਵੀ ਉੱਥੇ ਬੈਠੀ ਸੀ, ਅਕਾਲੀ ਵੀ ਉੱਥੇ ਬੈਠੇ ਸਨ, ਇਨਕਾਰ ਤਾਂ ਕਿਸੇ ਵੀ ਨਹੀਂ ਕੀਤਾ। ਜਿਹੜੇ ਕਿਸਾਨਾਂ ਦੇ ਨੁਮਾਇੰਦੇ ਹੁੰਦੇ ਠੇਕੇਦਾਰੀ ਲਈ ਬੈਠੇ ਸੀ, ਉਹ ਵੀ ਉੱਥੇ ਸਾਈਨ ਕਰ ਰਹੇ ਸੀ। ਤੇ ਜਿਹੜੇ ਦੂਜੇ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਗੱਲ, ਉਹ ਵੀ ਉੱਥੇ ਬੈਠੇ ਸਨ। ਇਹਦਾ ਮਤਲਬ ਐਕਸਪੋਜ਼ਰ ਹੋ ਰਿਹਾ। ਜਦੋਂ ਹੁਣ ਇੱਕ ਸੰਕਟ ਬਹੁਤ ਉੱਭਰ ਕੇ ਸਾਹਮਣੇ ਆਇਆ, ਤਾਂ ਉਹ ਚੀਜ਼ਾਂ ਨੰਗੀਆਂ ਹੋਈਆਂ ਨੇ। ਆਮ ਲੋਕਾਂ ਨੂੰ, ਜਿਹੜੇ ਲੋਕ ਸਿਆਣੇ ਸਨ, ਉਹਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਜੱਬੇ ਬਾਣ ਅੱਗੇ ਤੱਬੇ ਰੋਸ ਜਾਗੇ, ਜਦ ਤੱਕ ਨਹੀਂ ਲੱਗਦਾ ਤਦ ਤੱਕ ਲੋਕ ਉਸ ਨੂੰ ਸਮਝ ਨਹੀਂ ਸਕਦੇ। ਅੱਜ ਉਹ ਚੀਜ਼ਾਂ ਕਿਉਂਕਿ ਸਾਹਮਣੇ ਆਈਆਂ ਨੇ, ਤੇ ਪਤਾ ਵੀ ਲੱਗਣ ਲੱਗਾ ਕਿ ਕਿੱਥੇ ਕਿੱਥੇ ਇਹ ਗੜਬੜੀਆਂ ਹੋਈਆਂ ਨੇ। ਇਹਨੇ ਸਾਰਾ ਸਿਸਟਮ ਨੂੰ, ਉਸ ਪੋਲੀਟੀਕਲ ਸਿਸਟਮ ਨੂੰ, ਇਹ ਨਹੀਂ ਕਿ ਅੱਜ ਵਿਚਾਰਧਾਰਾ ਨਹੀਂ ਹੈ। ਉਦੋਂ ਵਿਚਾਰਧਾਰਾ, ਉਹ ਸਾਡੇ ਹਰਿਆਣਵੀ 'ਚ ਕਹਾਵਤ ਹੈ, ਜਿਸ ਦੀ ਖਾਵਾਂ ਬਾਕਲੀ ਉਸਕੇ ਗਾਵਾਂਗੀ। ਬਾਕਲੀ ਹੁੰਦੀ ਹੈ ਆਪਣੇ ਜਿਹੜੇ ਘੁੰਗਣੀਆਂ ਹੁੰਦੀਆਂ ਨੇ, ਹਰਿਆਣਵੀ ਬਾਕਲੀ ਹੈ, ਜਿਸ ਕੀ ਖਾਵਾਂ ਬਾਕਲੀ ਉਸਕੇ ਗਾਉਂ ਗੀਤ। ਜਿੰਦਾ ਖਾਧਾ ਹੈ ਉਹਦਾ ਬੋਲਣਾ ਹੈ। ਉਦੋਂ ਉਹਨੂੰ ਪੋਲੀਟੀਕਲ ਪਾਰਟੀਆਂ ਨੂੰ ਉਹ ਫਾਈਨਾਂਸ ਉੱਥੋਂ ਮਿਲਦੀ ਸੀ, ਇਹਨਾਂ ਹਿੱਸਿਆਂ 'ਚੋਂ। ਅੱਜ ਉਹਨੂੰ ਕਾਰਪੋਰੇਟ ਫਾਈਨਾਂਸ ਕਰ ਰਿਹਾ ਹੈ। ਜਦ ਕਾਰਪੋਰੇਟ ਫਾਈਨਾਂਸ ਕਰ ਰਿਹਾ, ਤੇ ਉਹ ਸਾਈਨ ਉੱਥੇ ਕਰ ਰਹੇ ਨੇ। ਪਾਲਿਸੀ ਅੱਜ ਵੀ ਹੈ, ਨੀਤੀ ਬਦਲ ਗਈ, ਨੀਤੀ ਪ੍ਰੋ ਕਾਰਪੋਰੇਟ ਹੋ ਗਈ ਉਹਨਾਂ ਸਭ ਦੀ। ਇਸ ਵਾਸਤੇ ਟੋਟਲ ਦੇਸ਼ ਵਿੱਚ ਉਹ ਜਿਹੜੀ ਹਿੱਸੇ ਵੀ ਸੀ, ਜਿਹਨੂੰ ਉਹ ਡਿਫੈਂਡ ਕਰ ਰਹੇ ਸੀ ਆਪਣੇ ਇੰਟਰਸਟ ਵਿੱਚ ਵੀ, ਉਹਨੂੰ ਵੀ ਛੱਡ ਦਿੱਤਾ। ਇਹ ਅੱਜ ਜਿਹੜਾ ਕਿਸਾਨ ਅੰਦੋਲਨ ਹੈ ਸਾਰਾ, ਇਹਦੇ ਸਾਰਾ ਕੋਈ 1.5-2 ਕਿੱਲੇ ਵਾਲਾ ਕਿਸਾਨ ਨਹੀਂ ਬੈਠਾ। ਇਹਦੇ 'ਚ ਉਹ ਵੀ ਕਿਸਾਨ ਬੈਠਾ ਜਿਹਦੇ ਕੋਲ 50-60 ਕਿੱਲੇ ਜ਼ਮੀਨ ਵੀ ਹੈ। ਔਰ ਉਹ ਬੇਈਮਾਨੀ ਨਾਲ ਨਹੀਂ ਬੈਠਾ। ਕੋਈ ਕਹਿ ਦੇ ਕਿ ਉਹ ਬੇਈਮਾਨੀ ਨਾਲ ਬੈਠਾ, ਉਹਨੂੰ ਕੀ ਜ਼ਰੂਰਤ ਹੈ? ਕਿਉਂਕਿ ਉਹਨੂੰ ਪਤਾ ਹੁਣ ਤੇਰੀ ਇਹ ਵੀ ਜਾਏਗੀ। ਜਿਹੜੀ ਕਿਸਟਮ ਡਿਫੈਂਸ ਸੀ, ਉਹਦੇ 'ਚ ਉਹ ਦੁਕਾਨਦਾਰ ਵੀ ਚਿੰਤਤ ਹੈ ਜਿਹੜਾ ਇਹਨਾਂ ਹਿੱਸਿਆਂ 'ਤੇ ਡਿਪੈਂਡ ਕਰਦਾ ਸੀ, ਜਿਹੜਾ ਵਪਾਰ ਕਰਦਾ ਸੀ। ਅਗਰ ਉੱਥੇ ਮਾਲ ਜਾਣਗੇ, ਵੱਡੇ ਵੱਡੇ ਮਲਟੀ ਨੈਸ਼ਨਲ ਦੀਆਂ ਵੱਡੀਆਂ ਕੰਪਨੀਆਂ ਚਲੇ ਗਈਆਂ, ਇਹ ਛੋਟੀਆਂ ਦੁਕਾਨਦਾਰੀਆਂ ਵੀ ਜਾਣਗੇ, ਉਹਨੂੰ ਵੀ ਪਤਾ ਹੈ। ਕਿਉਂਕਿ ਹੁਣ ਤਾਂ ਸਿੱਧਾ ਉਹਦੇ ਆਪਣੇ ਇੰਟਰਸਟ 'ਤੇ ਚੋਟ ਪੈ ਰਹੀ ਹੈ। ਤੇ ਉਹਦੇ 'ਚ ਫਿਰ ਕਈ ਵਾਰ ਅਗਲਾ ਸਵਾਲ ਵੀ ਆਏਗਾ, ਫਿਰ ਲੋਕ ਬੋਲੇ ਕਿਉਂ ਨਹੀਂ? ਕਿਉਂਕਿ ਬੋਲਣ ਵਾਲੀਆਂ ਤਾਕਤਾਂ ਹੁੰਦੀਆਂ ਨੇ, ਜਿਹੜੀ ਰੀਪ੍ਰਿੰਟ ਕਰਨ ਵਾਲੀਆਂ, ਉਹ ਖਤਮ ਕੀਤੀਆਂ ਗਈਆਂ ਪਹਿਲੋਂ। ਉਹ ਵਿਰੋਧ ਨੂੰ ਖਤਮ ਕੀਤਾ ਗਿਆ। ਉਹ ਨਵੇਂ ਸਿਰੋਂ ਸੜਕਾਂ ਦੇ ਉੱਤਰ ਕੇ ਹੁਣ ਉੱਭਰ ਰਿਹਾ ਆਏਗਾ। ਵਿਰੋਧ ਸੀ, ਇਹ ਨਹੀਂ ਕਿ ਵਿਰੋਧ ਸੀ ਨਹੀਂ, ਪਰ ਵਿਰੋਧ ਨੂੰ ਆਵਾਜ਼ ਦੇਣ ਵਾਸਤੇ ਕੋਈ ਸੈਂਟਰ ਨਹੀਂ ਬਣ ਪਾ ਰਿਹਾ ਸੀ। ਕਿਉਂਕਿ ਵੋਟਾਂ 'ਚ ਜਿਹਨੂੰ ਮਰਜ਼ੀ ਵੋਟ ਪਾ ਲਓ। ਪਹਿਲੋਂ ਕਾਂਗਰਸ ਖਰੀਦ ਲੈਂਦੀ ਸੀ, ਹੁਣ ਬੀਜੇਪੀ ਵਾਲੇ ਤੋੜ ਲੈਂਦੇ ਨੇ, ਖਰੀਦ ਲੈਂਦੇ ਨੇ, ਕੋਈ ਦਿੱਕਤ ਨਹੀਂ ਪੈਂਦੀ। ਸਾਡੇ ਹਰਿਆਣੇ 'ਚ ਅਸੀਂ ਦੇਖਿਆ, ਕੈਪਟਨ ਸਾਹਿਬ ਕਹਿ ਰਹੇ ਨੇ ਪੰਜਾਬ 'ਚ ਕਿ ਮੈਂ ਤਾਂ ਤਿਆਰ ਬੈਠਾ ਕਿਹਦੇ ਨਾਲ, ਬੀਜੇਪੀ ਜਾਣ ਨਾਲ। ਨਾ ਉਹਨੂੰ ਕੋਈ ਉਹਦੀਆਂ ਨੀਤੀਆਂ ਨਾਲ ਫਰਕ ਹੈ ਕਿ ਉਹ ਸੰਪਰਦਾਇਕ ਹੈ, ਮਿਨੋਰਟੀ ਦੇ ਖਿਲਾਫ ਹੈ।
ਉਹਨੇ ਅੱਜ ਤੱਕ ਕੀ ਕੀਤਾ ਹੈ? ਨਾ ਉਹਨੂੰ ਮਲਟੀਨੇਸ਼ਨਲ ਦਿਸਦੀ ਹੈ, ਨਾ ਕਾਰਪੋਰੇਟ ਦਿਸਦੇ, ਨਾ ਕਿਸਾਨ ਦਿਸਦੇ ਨੇ। ਬਲ ਆ ਕਿ ਕਿਸਾਨਾਂ ਦੀ ਮੰਗਾਂ ਮੰਨ ਲਿਆ, ਫਿਰ ਮੈਂ ਜਾਂ ਕੋਈ ਦਿੱਕਤ ਨਹੀਂ। ਸੋ ਕਹਿਣ ਦਾ ਮਤਲਬ ਵੀ ਜਿਹੜਾ ਵਿਚਾਰਧਾਰਾਵਾਂ ਸੀ ਉਹਦੀ ਜਗ੍ਹਾ ਹੁਣ ਮੈਨੂੰ ਲੱਗਦਾ ਵੀ ਜਾਂ ਤਾਂ ਸੱਤਾ ਨੇ ਲੈ ਲਈ ਹੈ, ਸੱਤਾ ਮਿਲਣੀ ਚਾਹੀਦੀ ਜਿੱਦਾਂ ਮਰਜ਼ੀ ਮਿਲ ਜੇ। ਬਿਲਕੁਲ ਵਿਚਾਰਧਾਰਾ ਉਦੋਂ ਵੀ ਸੀ, ਅੱਜ ਵੀ ਵਿਚਾਰਧਾਰਾ ਹੈ। ਅੱਜ ਵਿਚਾਰਧਾਰਾ ਕਿਉਂਕਿ ਫਾਈਨਾਂਸ ਕਾਰਪੋਰੇਟ ਤੋਂ ਹੋ ਰਹੀ ਹੈ, ਉਹ ਵਿਚਾਰਧਾਰਾ ਕਾਰਪੋਰੇਟ ਦੀ ਸੇਵਾ ਦੀ ਵਿਚਾਰਧਾਰਾ ਹੱਕਾਂ ਦੇ ਵਿੱਚ ਭੁਗਤ ਰਹੀ ਹੈ। ਤੇ ਹੁਣ ਬ੍ਰੇਕ ਦਾ ਸਮਾਂ ਹੋਗਾ ਜੀ, ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਕੁਝ ਹੋਰ ਮੁੱਦੇ ਨੇ ਉਹਨਾਂ ਪਰ ਵੀ ਗੱਲਬਾਤ ਕਰਦੇ ਆ ਜੀ। ਤੁਸੀਂ ਕਿਤੇ ਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡੈਰੀ, ਜਲਦ ਹਾਜ਼ਰ ਹੁੰਦੇ ਆ। ਪ੍ਰੋਗਰਾਮ ਐਡਮਿੰਟਨ ਡੈਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਹਰਪਾਲ ਸਿੰਘ ਜੀ ਦੇ ਨਾਲ। ਭਾਜੀ ਜੀ ਆਇਆਂ ਨੂੰ, ਫਿਰ ਤੋਂ ਸਵਾਗਤ ਹੈ ਆਪ ਜੀ ਦਾ। ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਗੱਲ ਕਰਦੇ ਹਾਂ ਜੀ ਕਿ ਮੁੱਢਲੇ ਸਮੇਂ 'ਚ ਅਗਰ ਗੱਲ ਕਰੀਏ ਤਾਂ ਇੱਕ ਕੈਪੀਟਲਿਜ਼ਮ ਹੁੰਦਾ ਸੀ, ਇੱਕ ਸੋਸ਼ਲਿਜ਼ਮ ਹੁੰਦਾ ਸੀ। ਤੇ ਸੋਸ਼ਲਿਜ਼ਮ ਦਾ ਜਨਮਦਾਤਾ ਮੈਨੂੰ ਲੱਗਦਾ ਅਗਰ ਕਿਸੇ ਦੇਸ਼ ਨੂੰ ਮੰਨਿਆ ਜਾਵੇ ਤਾਂ USSR, ਅੱਜ ਕੱਲ੍ਹ ਉਹਨੂੰ ਰਸ਼ੀਆ ਕਹਿ ਦਿੰਦੇ ਆ। ਉੱਥੋਂ ਇੱਕ ਇਕਨੋਮਿਕ ਡਿਵੈਲਪਮੈਂਟ ਦੇ ਲਈ ਪਲੈਨਿੰਗ ਸ਼ੁਰੂ ਹੋਈ ਸੀ, ਜਿਹਨੂੰ 5 ਈਅਰ ਪਲੈਨਿੰਗਸ ਕਿਹਾ ਜਾਂਦਾ ਸੀ। ਭਾਰਤ ਆਜ਼ਾਦ ਹੁੰਦਾ 1947 'ਚ, ਤੇ ਭਾਰਤ ਦੀ ਸਰਕਾਰ ਉਸ ਸਮੇਂ ਦੀ ਜਿਹੜੀ ਸੀਗੀ ਅੰਡਰ ਦੀ ਪ੍ਰਾਈਮ ਮਿਨਿਸਟਰਸ਼ਿਪ ਆਫ ਮਿਸਟਰ ਜਵਾਹਰ ਲਾਲ ਨਹਿਰੂ, ਉਹਨਾਂ ਨੇ ਇਹ ਜਿਹੜੀਆਂ 5 ਈਅਰ ਪਲੈਨਿੰਗ ਸੀਗੀਆਂ ਸ਼ੁਰੂ ਕੀਤੀਆਂ। ਮਕਸਦ ਜ਼ਾਹਿਰ ਸੀਗਾ ਕਿ ਐਗਰੀਕਲਚਰ ਡਿਵੈਲਪਮੈਂਟ ਕਰਨੀ ਆ, ਇਕਨੋਮਿਕ ਡਿਵੈਲਪਮੈਂਟ ਕਰਨੀ ਆ, ਇੰਡੀਪੈਂਡੈਂਟ ਹੋਣਾ ਵਾ, ਕਿਉਂਕਿ ਬਹੁਤ ਸਾਰੇ ਕੰਮਕਾਰ ਕਰਨ ਵਾਲੇ ਸੀਗੇ। ਹੁਣ ਤੱਕ 12 5 ਈਅਰ ਪਲੈਨਿੰਗਸ ਹੋ ਚੁੱਕੀਆਂ ਨੇ ਜੀ। ਪਹਿਲੀ 5 ਈਅਰ ਪਲੈਨਿੰਗ ਜਿਹੜੀ ਸੀ 1951 ਤੋਂ ਸ਼ੁਰੂ ਹੁੰਦੀ ਆ 56 ਤੱਕ, ਤੇ ਲਾਸਟ ਜਿਹੜੀ ਆ NDA ਦੀ ਜਿਹੜੀ ਗਵਰਨਮੈਂਟ ਆਉਂਦੀ ਆ 2015 ਦੇ ਵਿੱਚ, ਉਹਨਾਂ ਨੇ ਇਹਦੇ ਉੱਪਰ ਟੋਟਲੀ ਕਹਿੰਦੇ ਵੀ ਫੁੱਲ ਸਟਾਪ ਲਾਤਾ ਵੀ ਅੱਜ ਤੋਂ ਬਾਅਦ 5 ਈਅਰ ਪਲੈਨਿੰਗਸ ਨਹੀਂ ਹੋਣਗੀਆਂ। ਸਵਾਲ ਇਹ ਆ ਕਿ ਕੀ ਤੁਹਾਨੂੰ ਲੱਗਦਾ ਕਿ ਭਾਰਤ ਦੀ ਜਿਹੜੀ ਹੁਣ ਤੱਕ ਦੀ ਡਿਵੈਲਪਮੈਂਟ ਹੈ ਉਹਦੇ ਵਿੱਚ 5 ਈਅਰ ਪਲੈਨਿੰਗਸ ਦਾ ਕੋਈ ਅਹਿਮ ਯੋਗਦਾਨ ਹੈ, ਔਰ ਅਗਰ ਹੈ ਤਾਂ ਫਿਰ ਇਹਨਾਂ ਨੂੰ ਬੰਦ ਕਰਨ ਦੀ ਕੀ ਲੋੜ ਪਈ? ਆਪਾਂ ਇੱਕ ਜਿਹੜਾ ਪਹਿਲਾ ਸੈਗਮੈਂਟ ਕੀਤਾ ਹੈ ਜੀ, ਉਹ ਇਹਦਾ ਬੇਸ ਹੈ। ਜਦੋਂ ਦੇਸ਼ ਵਿੱਚ ਆਰਥਿਕ ਔਰ ਸਮਾਜਿਕ ਸੰਬੰਧਾਂ 'ਚ ਤਬਦੀਲੀਆਂ ਆਈਆਂ ਤਾਂ ਰਾਜਨੀਤਿਕ ਟਰਾਂਸਫੋਰਮੇਸ਼ਨ ਅਲੱਗ ਹੋਈ ਜੀ, ਪਾਲਿਸੀ 'ਚ ਪਰਿਵਰਤਨ ਹੋਈਆਂ। ਇਹਦੇ 'ਚ ਹੀ ਇਹਦਾ ਜਵਾਬ ਹੈ ਜਿਹੜਾ ਆਪਾਂ ਹੁਣ ਡਿਸਕਸ ਕੀਤਾ ਹੈ। ਇਹਦਾ ਬੇਸਿਕ ਕਨਸੈਪਟ ਤੁਸੀਂ ਦੱਸ ਹੀ ਚੁੱਕੇ ਹੋ ਕਿ ਉਹ ਸੋਵੀਅਤ ਯੂਨੀਅਨ ਸੀ। ਜਦੋਂ ਇੰਡੀਪੈਂਡੈਂਟ ਹੋਇਆ ਉਦੋਂ ਕੋਲ ਕੁਛ ਨਹੀਂ ਸੀ, ਔਰ ਉਹਨਾਂ ਕੋਲ ਕੋਈ ਐਕਸਪੈਰੀਮੈਂਟ ਵੀ ਨਹੀਂ ਸੀ। ਜਿਹੜਾ ਕੋਈ ਪਹਿਲਾ ਸੀ ਬਿਲਕੁਲ ਕੋਈ ਰਾਸਤਾ ਨਹੀਂ ਸੀ, ਪਤਾ ਨਹੀਂ, ਇੱਕ ਚੱਲੇ ਸੀ, ਚਲਦੇ ਚਲਦੇ ਰਾਸਤੇ ਬਣਦੇ ਗਏ, ਉਹਨਾਂ ਨੇ ਆਪਣੇ ਕੀਤੇ। ਉਹਨਾਂ ਕਿਉਂਕਿ ਪਲੈਨਡ ਕਰਕੇ ਉਹਨੂੰ ਵਿਕਸਿਤ ਕਰਨਾ ਸੀ, ਕਿਉਂਕਿ ਸਾਰਾ ਓਨਡ ਬਾਈ ਗਵਰਨਮੈਂਟ, ਬਟ ਨਾਟ ਬਾਈ ਗਵਰਨਮੈਂਟ ਬਟ ਓਨਡ ਬਾਈ ਪੀਪਲਸ, ਲੋਕਾਂ ਵਾਸਤੇ, ਲੋਕਾਂ ਨੇ ਕਰਨਾ ਸੀ ਉਹ। ਕਿਉਂਕਿ ਉਹਦੇ ਨਾਲ ਇੱਕ ਚੀਜ਼ ਹੋਰ ਹੋਈ ਹੈ ਸੋਵੀਅਤ, ਕਿਉਂਕਿ ਮੈਂ ਇੱਕ ਹੋਰ ਵੀ ਦਿਆਂਗਾ, ਜਿਹੜਾ ਅੱਜ ਦਾ ਦਿਹਾੜਾ ਹੈ, ਜਿਹੜਾ ਕੱਲ੍ਹ ਦਿਹਾੜਾ ਗੁਜ਼ਰਿਆ ਹੈ, ਇਹ ਉਹ ਸੋਵੀਅਤ ਇਨਕਲਾਬ ਦਾ ਦਿਨ ਸੀ। ਠੀਕ ਹੈ, ਪੂਰੀ ਦੁਨੀਆ ਵਾਸਤੇ ਬੜਾ ਮਹੱਤਵਪੂਰਨ ਦਿਨ ਸੀ ਇਹ, ਕਿ ਪੂਰੀ ਦੁਨੀਆ 'ਚ ਇੱਕ ਨਵਾਂ ਪਰਿਵਰਤਨ ਦਾ ਮੁੱਢ ਵੱਜਿਆ ਸੀ ਉਸ ਮੁਲਕ 'ਚ, ਉਹਦੇ 'ਚ ਰਸ਼ੀਆ 'ਚ, ਸੋਵੀਅਤ ਯੂਨੀਅਨ 'ਚ, ਜਿਹਨੇ ਤਕਦੀਰ ਬਦਲੀ ਪੂਰੀ ਦੁਨੀਆ ਦੀ। ਉੱਥੋਂ ਦੇ ਲੋਕਾਂ ਦੀ ਤਕਦੀਰ ਤਾਂ ਬਦਲੀ ਜਿਹੜੇ ਉਹਦੇ ਹਿੱਸੇ ਬਣੇ, ਪਰ ਉਹਦੇ ਨਾਲ ਪੂਰੀ ਦੁਨੀਆ ਨੂੰ ਇੱਕ ਅਹਿਸਾਸ ਹੋਇਆ ਕਿ ਬਦਲਾਅ ਹੋ ਸਕਦਾ ਹੈ, ਸੰਭਵ ਨੇ, ਹੋਏ ਨੇ। ਬਿਲਕੁਲ ਉਹਦੇ ਨਾਲ ਪੂਰੀ ਦੁਨੀਆ ਦੀਆਂ ਸਾਮਰਾਜ ਕੀ ਹੁੰਦਾ ਹੈ, ਦੁਸ਼ਮਣ ਹੈ, ਉਹਨੂੰ ਹਰਾਇਆ ਜਾ ਸਕਦਾ। ਉਹ ਉਸ ਟਾਈਮ ਤੱਕ ਪੂਰੀ ਦੁਨੀਆ ਉੱਤੇ ਗਲਬਾ ਸੀ ਸਾਮਰਾਜੀ ਮੁਲਕਾਂ ਦਾ। ਸਾਮਰਾਜਵਾਦ ਨੂੰ ਪਹਿਲੀ ਵਾਰੀ ਚੁਣੌਤੀ ਮਿਲੀ, ਚੁਣੌਤੀ ਨਹੀਂ, ਪਹਿਲੀ ਵਾਰੀ ਉਹ ਦੁਸ਼ਮਣ ਦੇ ਤੌਰ ਤੇ ਪਛਾਣ 'ਚ ਵੀ ਆਇਆ ਕਿ ਤੁਹਾਡਾ ਦੁਨੀਆ ਦਾ ਪੂਰੀ ਦਾ ਦੁਸ਼ਮਣ ਇਹ ਸਾਮਰਾਜ ਹੈ, ਜਿਹਨੇ ਕਲੋਨੀਆਂ ਦੇ ਰੂਪ ਤੁਹਾਨੂੰ ਕਾਬੂ ਕੀਤਾ ਹੋਇਆ ਹੈ। ਉਹ ਸੋਵੀਅਤ ਇਨਕਲਾਬ ਨੇ ਲੋਕਾਂ ਨੂੰ ਦੱਸਿਆ ਔਰ ਹਿੰਮਤ ਦਿੱਤੀ, ਔਰ ਉਹਦੇ ਖਿਲਾਫ ਫਿਰ ਇੱਕ ਲੰਮਾ ਸੰਘਰਸ਼ ਹੋਇਆ, ਜਿਹਦੇ 'ਚ ਪੂਰਾ ਉਹ ਗਲਬਾ ਟੁੱਟ ਗਿਆ ਸਾਮਰਾਜ ਦਾ। ਇਹ ਉਹਦੀ ਦੇਣ ਹੈ। ਔਰ ਉਹਨੇ ਜਿੰਨੀ ਤੇਜ਼ੀ ਨਾਲ ਵਿਕਾਸ ਕੀਤਾ ਉਸ ਦਿਨ, ਮੈਂ ਆંકੜੇ ਦੇਖ ਰਿਹਾ ਸੀ ਜੀ, 1917 ਜਦੋਂ ਸੋਵੀਅਤ ਇਨਕਲਾਬ ਹੁੰਦਾ ਹੈ, ਸੋਵੀਅਤ ਦੇ ਕੁਝ ਵੱਡਾ ਹਿੱਸਾ, ਕਿਉਂਕਿ ਸੋਵੀਅਤ ਯੂਨੀਅਨ ਰਸ਼ੀਆ ਤੇ ਯੂਰਪ ਦਾ ਪਾਰਟ ਹੈ, ਪਰ ਸੋਵੀਅਤ ਦੇ ਵਿੱਚ ਬਹੁਤ ਗਣਰਾਜ ਉਹ ਸਨ ਜਿਹੜੇ ਏਸ਼ੀਆ ਦੇ ਨਹੀਂ ਸੀ, ਸਾਡੇ ਨਾਲ, ਸਾਡੇ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਲੋਕ ਸਨ। ਉਹ ਉੱਥੇ ਤਾਂ 1917 ਦੇ ਹਿੰਦੁਸਤਾਨ ਨਾਲੋਂ ਵੀ ਘੱਟ ਲਿਟਰੇਸੀ ਰੇਟ ਔਰ ਸਭ ਨਾਲੋਂ ਜ਼ਿਆਦਾ ਬੈਕਵਰਡਨੈਸ ਸੀ। ਹਿੰਦੁਸਤਾਨ ਵੀ ਉਸ ਤੋਂ ਜ਼ਿਆਦਾ ਵਿਕਾਸ ਹੋ ਚੁੱਕਿਆ ਸੀ 1917 'ਚ। ਬਿਲਕੁਲ, ਪਰ ਇਹ ਵੀ ਰਸ਼ੀਆ ਇਟਸੈਲਫ ਦਾ ਥੋੜਾ ਛੱਡ ਦਿਓ ਵੱਡੇ ਸ਼ਹਿਰੀ ਇਲਾਕੇ, ਵੱਡੇ ਜਿਹੜੇ ਇਲਾਕੇ ਸੀ ਰਸ਼ੀਆ ਦੇ ਵਿੱਚ ਵੀ, ਉੱਥੇ ਵੀ ਉਨਾ ਹੀ ਪਿਛੜਾਪਨ ਸੀ ਜਿੰਨਾ ਹਿੰਦੁਸਤਾਨ ਸੀ, ਹਿੰਦੁਸਤਾਨ ਨਾਲੋਂ ਜ਼ਿਆਦਾ ਸੀ। ਉਹਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਪਹਿਲੀ ਵਾਰੀ ਉਹਨੇ ਪਹਿਚਾਣ ਜਿਹੜੀ ਇਨਸਾਨ ਨੂੰ, ਇੱਕ ਇਨਸਾਨ ਦੀ ਦਿੱਤੀ, ਔਰ ਇੰਨੀ ਜਲਦੀ ਨਾਲ ਉਹਨੇ ਵਿਕਾਸ ਕੀਤਾ
ਕਿ ਜਿਹਨੇ ਆਉਂਦਿਆਂ ਇੱਕ ਨਾ ਸਿਰਫ ਉਸ ਮੁਲਕ ਦੀ ਕਾਇਆਕਲਪ ਕੀਤੀ ਬਲਕਿ ਇੱਕ ਵੱਡੀ ਚੁਣੌਤੀ ਜਿਹੜੀ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਸੀ, ਜਿਹੜੀ 1939 ਸ਼ੁਰੂ ਹੋਈ, ਹਿਟਲਰ ਵੱਲੋਂ ਚੁਣੌਤੀ ਦਿੱਤੀ ਗਈ ਕਿ ਜਿਹੜੀਆਂ ਸਫੈਦ ਰੰਗ ਕੌਮਾਂ ਨੇ ਇਹ ਰਾਜ ਕਰਨ ਵਾਸਤੇ ਜੰਮੀਆਂ ਨੇ, ਇਹ ਹੀ ਸਭ ਨੂੰ ਸਿਆਣੀਆਂ ਹੁੰਦੀਆਂ ਨੇ ਔਰ ਇਹ ਮੁਲਕ ਦਾ ਦੁਨੀਆ ਤੇ ਰਾਜ ਕਰਨ ਦਾ ਹੱਕ ਰੱਖਦੀਆਂ ਨੇ, ਬਿਲਕੁਲ, ਜਿਹਨੂੰ ਫਾਸਿਜ਼ਮ ਕਹਿੰਦੇ ਆ। ਔਰ ਉਹ ਫਾਸਿਜ਼ਮ ਇੰਨੇ ਖਤਰਨਾਕ ਤਰੀਕੇ ਨਾਲ ਉਭਰਿਆ ਕਿ ਪੂਰੇ ਯੂਰਪ ਵਿੱਚ ਇੱਕ ਵੀ ਗੋਲੀ ਚਲਾਏ ਬਗੈਰ ਉਹਨੂੰ ਕਾਬੂ ਕਰ ਗਿਆ, ਉਹ ਪੂਰੇ ਯੂਰਪ ਨੂੰ। ਔਰ ਉਸ ਟਾਈਮ ਦੀ ਦੁਨੀਆ ਦੀ ਸਭ ਤੋਂ ਤਾਕਤਵਰ ਜਿਹੜੀ ਫੌਜਾਂ ਸੀ ਸਾਮਰਾਜਵਾਦ ਦੀਆਂ, ਬ੍ਰਿਟਿਸ਼ ਤੋਂ ਬਾਅਦ ਸੀ ਫਰਾਂਸੀਸੀ, ਕਿਉਂਕਿ ਕਲੋਨੀਆਂ ਉਹਦੇ ਕੋਲ ਬਹੁਤ ਜ਼ਿਆਦਾ ਸੀ। ਫਰਾਂਸੀਸੀ ਕਲੋਨੀਆਂ, ਇਵਨ ਕਿ ਤੁਹਾਡਾ ਬੜਾ ਵੱਡਾ ਕੰਬੋਡੀਆ ਤੇ ਤੁਹਾਡਾ ਵਿਤਨਾਮ, ਇਹ ਸਾਰੇ ਉਹਦੇ ਕਾਬੂ ਸੀ। ਉਹਦੀ ਫੌਜ ਨੂੰ ਵੀ 11 ਦਿਨ 'ਚ ਉਹਨੇ ਖਤਮ ਕਰ ਦਿੱਤਾ ਸੀ। ਔਰ ਉਹਦਾ ਵਿਕਾਸ ਕਿੰਨੀ ਤੇਜ਼ੀ ਨਾਲ ਹੋਵੇਗਾ ਤੁਸੀਂ ਉਹਦਾ ਅੰਦਾਜ਼ਾ ਕਰੋ ਕਿ 1917 'ਚ ਇਨਕਲਾਬ ਹੁੰਦਾ ਹੈ, 1924 ਤੱਕ 35 ਤੱਕ ਅਕਾਲ ਵੀ ਪੈਂਦੇ ਰਹੇ ਉੱਥੇ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਰਸਤਾ ਗਲਤ ਕੀ ਹੈ ਠੀਕ ਕੀ ਹੈ। ਪਰ 1939 ਜਦੋਂ ਦੂਜੀ ਵੱਡੀ ਜੰਗ ਸ਼ੁਰੂ ਹੁੰਦੀ ਹੈ, ਉਹ ਮੁਲਕ ਜਿੱਥੇ ਇੰਨੀ ਅਨਪੜ੍ਹਤਾ ਹੈ, ਜਿੱਥੇ 1917 'ਚ ਇੱਕ ਵੀ ਕਾਰਖਾਨਾ ਨਹੀਂ ਹੈ ਉਹਦਾ ਟਰੈਕਟਰ ਦਾ ਵੀ, ਉਹ ਮੁਲਕ ਨੇ ਇੰਨੇ ਇੰਜੀਨੀਅਰ, ਇੰਨੇ ਆਪਣੇ ਟੈਂਕ ਪੈਦਾ ਕਰਨ ਵਾਲੇ, ਹਵਾਈ ਜਹਾਜ਼ ਦੇ ਪਾਇਲਟ ਪੈਦਾ ਕਰਨ ਵਾਲੇ, ਜਾਂ ਇੰਨੀ ਟੈਕਨੋਲੋਜੀ ਪੈਦਾ ਕਰ ਲਈ, ਜਾਂ ਉਸ ਲੜਾਈ ਦੇ 2 ਸਾਲ ਦੇ ਦੌਰਾਨ ਪੂਰੇ ਵੈਸਟਰਨ ਯੂਰਪ ਵਾਲੇ ਪਾਸੇ ਨੂੰ ਜਿਹੜਾ ਇੰਡਸਟਰੀ ਸਾਰੀ ਨੂੰ ਸ਼ਿਫਟ ਕਰਕੇ ਉਹ ਆਪਣੇ ਪਿਛਲੇ ਪਾਸੇ ਲੈ ਗਿਆ ਪਿਛੋਕੜ 'ਚ। ਹਾਲਾਂਕਿ 5 ਕਰੋੜ ਆਦਮੀ ਮਰਿਆ ਉਸ ਲੜਾਈ 'ਚ ਔਰ ਅੱਧ ਕੱਲਾ ਸੋਵੀਅਤ ਯੂਨੀਅਨ ਦਿੱਤਾ, ਤੇ ਕੋਈ ਵੀ ਮੁਲਕ ਇੰਨੀ ਵੱਡੀ ਕੁਰਬਾਨੀ ਬਿਨਾਂ ਲੋਕ ਆਪਣੇ ਇੰਟਰਸਟ ਦੇ ਕਦੀ ਮਰਦੇ ਨਹੀਂ ਹੁੰਦੇ। ਲੋਕਾਂ ਨੇ ਉਹਨੂੰ ਡਿਫੈਂਡ ਕੀਤਾ, ਨਾ ਸਿਰਫ ਆਪਣੇ ਨੂੰ ਡਿਫੈਂਡ ਕਰ ਗਿਆ, ਉਸ ਹਿਟਲਰ ਦੀ ਰੀੜ ਦੀ ਹੱਡੀ ਤੋੜ ਦਿੱਤੀ ਜਿਹਦੇ ਸਾਹਮਣੇ ਯੂਰਪ 'ਚ ਰੁਕਿਆ ਨਹੀਂ ਸੀ ਕੋਈ। ਇਹ ਵੀ ਉਸ 5 ਸਾਲਾਂ ਦੀ ਯੋਜਨਾ ਦੀ ਹੀ ਦੇਣ ਸੀ ਉਸ ਦੇਸ਼ ਨੂੰ। ਸਾਡੇ ਮੁਲਕ ਆਜ਼ਾਦ ਹੋਏ 47 'ਚ ਆ ਕੇ ਸਾਮਰਾਜਵਾਦ ਕਮਜ਼ੋਰ ਹੋਇਆ, ਉਹ ਕੜੀਆਂ ਕਮਜ਼ੋਰ ਹੋਈਆਂ, ਟੁੱਟ ਗਈਆਂ, ਪੂਰੀ ਦੁਨੀਆ 'ਚ ਆਜ਼ਾਦੀ ਆਈ ਔਰ ਉਹਨਾਂ ਨੇ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਾਡੀ ਮਿਕਸ ਇਕਨੋਮੀ ਸੀ, ਨਾ ਸਮਾਜਵਾਦ ਦਾ ਲਿਆ, ਪਰ ਜਿਹੜਾ ਕਿਉਂਕਿ ਪ੍ਰਭਾਵ ਸੀ, ਕਿਉਂਕਿ ਪੂਰੀ ਦੁਨੀਆ 'ਚ ਪ੍ਰਭਾਵ ਸੀ। ਉਹਨੇ ਦੇਖੋ, ਮੈਂ ਉਹ ਪਹਿਲਾ ਮੁਲਕ ਸੀ, ਮੈਂ ਅਮਰੀਕਾ 'ਚ ਜਦੋਂ ਕੋਈ ਲੋਕ ਆਉਂਦੇ ਸੀ ਤੇ ਜਿਹੜਾ ਉਹਦਾ ਪਰਫਾਰਮਾ ਹੁੰਦਾ ਸੀ, ਉਹਦੇ ਲਿਖਿਆ ਹੁੰਦਾ ਸੀ ਤੁਸੀਂ ਕਿਸੇ ਕਮਿਊਨਿਸਟ ਪਾਰਟੀ ਆਰਗੇਨਾਈਜੇਸ਼ਨ ਜਾਂ ਕਿਸੇ ਵੀ ਇਹੀ ਸੰਸਥਾ ਨਾਲ ਜੁੜੇ ਤਾਂ ਨਹੀਂ ਹੋ। ਉਹ ਤੁਹਾਨੂੰ ਕਾਲਮ ਭਰਨਾ ਹੁੰਦਾ ਸੀ, ਠੀਕ। ਡਕੈਤ, ਚੋਰ, ਸਮਗਲਰ, ਹਾਲਾਂਕਿ ਡਕੈਤ, ਚੋਰਾਂ, ਸਮਗਲਰ ਵਾਸਤੇ ਵੱਡੀ ਜਗ੍ਹਾ ਹੈ, ਉਹ ਸਾਰੇ ਉੱਥੇ ਹੀ ਰਹਿੰਦੇ ਨੇ, ਜਿਵੇਂ ਅੱਜ ਕੱਲ ਕੋਵਿਡ ਦੇ ਸੰਬੰਧ 'ਚ ਹੁੰਦਾ ਰਹਿੰਦੇ ਸਾਰੇ ਉੱਥੇ ਨੇ। ਇਹ ਬਕਾਇਦਾ ਹੁੰਦਾ ਸੀ। ਉਹਨਾਂ ਦੇ ਸੰਵਿਧਾਨ 'ਚ ਦਰਜ ਸੀ 1917 ਇਨਕਲਾਬ ਤੋਂ ਬਾਅਦ ਕਿ ਦੁਨੀਆ ਭਰ ਵਿੱਚ ਜਿਹੜੇ ਲੋਕ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ, ਉਹ ਅਗਰ ਉਹਨਾਂ ਮੁਲਕਾਂ 'ਚ ਉਹਨਾਂ ਨੂੰ ਕਿਤੇ ਸਪੇਸ ਨਹੀਂ ਮਿਲਦਾ, ਰਹਿਣ ਦੀ ਥਾਂ ਨਹੀਂ ਮਿਲਦੀ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਔਰ ਸਾਨੂੰ ਫਖਰ ਹੈ ਸਾਡੇ ਜਿਸ ਧਰਤੀ ਤੋਂ ਮੈਂ ਬੋਲ ਰਿਹਾ, ਇੱਥੋਂ ਗਦਰੀ ਬਾਬੇ ਗਏ ਜਿਹੜੇ ਹਾਰ ਗਏ, ਉਸ ਤੋਂ ਬਾਅਦ ਉਹਨਾਂ ਨੇ ਵੀ ਸੋਵੀਅਤ ਯੂਨੀਅਨ ਵੱਲ ਮੂੰਹ ਕੀਤਾ ਕਿ ਉੱਥੋਂ ਸਿੱਖਿਆ ਜਾਏ। ਬਿਲਕੁਲ, ਜਿਹੜੇ ਭਗਤ ਸਿੰਘ ਨੂੰ ਅਸੀਂ ਸਲੂਟ ਮਾਰਦੇ ਹਾਂ, ਉਹ ਵੀ ਜੇਲ੍ਹ 'ਚ ਬੈਠਾ ਲੈਨਨ ਨੂੰ ਚਿੱਠੀ ਲਿਖਦਾ ਹੈ, ਆਪਣੀ ਜੇਲ੍ਹ 'ਚ ਬੈਠਾ ਲੈਨਨ ਨੂੰ ਵਧਾਈ ਸੰਦੇਸ਼ ਦਿੰਦਾ ਹੈ। ਕਿੰਨਾ ਕੁ ਵੱਡਾ ਰਵਿੰਦਰਨਾਥ ਟੈਗੋਰ ਉਹਦੇ ਤੇ ਕਵਿਤਾਵਾਂ ਲਿਖਦਾ ਜਦੋਂ ਉਹ ਵੇਖ ਕੇ ਜਾਂਦਾ ਸੋਵੀਅਤ ਯੂਨੀਅਨ ਦੇ ਡਿਵੈਲਪਮੈਂਟ ਨੂੰ ਹੁੰਦੇ ਹੋਏ। ਇਹ 5 ਸਾਲਾ ਯੋਜਨਾ ਸੀ, ਉਹਦੇ ਤੋਂ ਪ੍ਰਭਾਵਿਤ ਹੋ ਗਿਆ ਸੀ। ਨਹੀਂ, ਬਹੁਤ ਮੁਲਕਾਂ ਨੇ ਜਿਹਨਾਂ ਨੇ ਮਿਕਸ ਇਕਨੋਮੀਆਂ ਸ਼ੁਰੂ ਕੀਤੀਆਂ, ਕਿਉਂਕਿ ਸਾਡੀ ਸਮੱਸਿਆ ਸੀ ਉਸ ਟਾਈਮ ਕਿ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਸੀ ਉਹ ਉੱਭਰਦੇ ਹੋਏ ਪੂੰਜੀਪਤੀ ਦੀ ਲੀਡਰਸ਼ਿਪ ਸੀ। ਕਾਂਗਰਸ ਦਾ ਮਤਲਬ ਹੁੰਦਾ ਇੱਕ ਪਲੇਟਫਾਰਮ, ਇੱਕ ਸੰਮੇਲਨ। ਉਸ ਸੰਮੇਲਨ 'ਚ ਧੁਰ ਖੱਬੇ ਸੀ, ਧੁਰ ਸੱਜੇ ਵੀ ਸੀ ਔਰ ਮੱਧਿਆ ਮਾਰਗੀ ਸੀ। ਮੱਧਿਆ ਮਾਰਗੀ ਨੇ ਅਪਣਾਇਆ ਰਸਤਾ ਅਪਣਾਇਆ ਗਿਆ ਉਹਨੂੰ, ਕਿਉਂਕਿ ਜਿਹੜਾ ਉੱਭਰਦਾ ਪੂੰਜੀਪਤੀ ਸੀ, ਜਦੋਂ ਉਹ ਵੀ ਆਜ਼ਾਦੀ ਮੰਗ ਰਿਹਾ ਸੀ ਵੀ ਸਾਨੂੰ ਆਜ਼ਾਦੀ ਚਾਹੀਦੀ, ਪਰ ਉਹ ਮੰਗ ਕਾਹਦੇ ਵਾਸਤੇ ਰਿਹਾ ਸੀ ਕਿ ਮੈਨੂੰ ਬਾਹਰੋਂ ਜਿਹੜਾ ਆਉਂਦਾ ਹੈ ਕਿ ਮੈਂ ਆਪ ਬਣਾਵਾਂ ਤੇ ਮੇਰਾ ਵੀ ਕਿ ਇੱਥੇ, ਉਹਦਾ ਇਹਨਾਂ ਕੰਪੀਟੀਸ਼ਨ ਸੀ। ਕਿਸਾਨ ਇਸ ਵਾਰ ਲੜ ਰਿਹਾ ਸੀ ਕਿ ਮੈਨੂੰ ਜ਼ਮੀਨ ਦਾ ਹੱਕ ਮਿਲੇਗਾ, ਇਹ ਰਾਜਸ਼ਾਹੀ ਫਿਊਡਲ ਖਤਮ ਹੋਣਗੇ। ਮਜ਼ਦੂਰ ਇਸ ਵਾਸਤੇ ਜਿਵੇਂ ਰਸ਼ੀਆ 'ਚ ਹੋਇਆ ਉੱਥੇ ਹੋਇਆ ਸਾਡਾ ਜੀਵਨ ਪੱਧਰ ਉੱਚਾ ਉੱਠੇਗਾ। ਇਹ ਸਾਰੇ ਆਪਣੇ ਧਿਰਾਂ ਸੀ, ਉਹਦਾ ਪਲੇਟਫਾਰਮ ਕਾਂਗਰਸ ਸੀ। ਪਰ ਅਗਵਾਈ ਕਾਂਗਰਸ ਦੇ ਵਿੱਚ ਜਿਹੜਾ ਧੜਾ ਕਰ ਰਿਹਾ ਸੀ ਉਹ ਸੀ ਇੰਡਸਟਰੀਜ਼ ਧੜਾ ਸੀ। ਤਾਂ ਹੀ ਤਾਂ ਕਹਿੰਦੇ ਨਾ ਵਿਦੇਸ਼ੀ ਦਾ ਬਾਈਕਾਟ, ਹੁਣ ਵੀ ਕਹਿੰਦੇ ਵਿਦੇਸ਼ੀ ਬਾਈਕਾਟ, ਮਾਲ ਸਾਰਾ ਉੱਥੋਂ ਲਿਆਉਂਦੇ ਨੇ, ਫਿਰ ਨਾਮ ਬਾਈਕਾਟ ਦਾ ਦੇਣਗੇ, ਸਵਦੇਸ਼ੀ ਦਾ ਨਾਂ ਦੇਣਗੇ। ਉਹਦਾ ਮਤਲਬ ਵੀ ਇਹ ਸੀ ਉਹਦੇ ਪਿੱਛੇ। ਉਸ ਤੋਂ ਬਾਅਦ ਜਦੋਂ ਕਿਉਂਕਿ ਆਜ਼ਾਦ ਹੋ ਗਿਆ, ਉਹਨੂੰ ਆਪਣਾ ਇੰਡਸਟਰੀ ਚਾਹੀਦੀ ਹੈ, ਲੋਹਾ ਸਾਡੇ ਕੋਲ ਲੋਹਾ ਬਣਾਉਣ ਦਾ ਕਾਰਖਾਨਾ ਨਹੀਂ ਸੀ ਹਿੰਦੁਸਤਾਨ 'ਚ, ਕੁਛ ਵੀ ਨਹੀਂ ਸੀ ਮੈਨੂੰ ਲੱਗਦਾ ਉਸ ਸਮੇਂ। ਨਹੀਂ, ਲੋਹਾ ਨਹੀਂ ਸੀ, ਬਣਨ ਲੱਗਿਆ ਸੀ, ਵਰਕਸ਼ਾਪਾਂ ਸੀ ਸਾਡੇ, ਪਰ ਉੱਥੇ ਬੇਸਿਕ ਇੰਡਸਟਰੀ ਨਹੀਂ ਸੀ ਜਿਹੜਾ ਉਹਨੂੰ ਬੂਸਟ ਕਰਦੀ ਹੈ। ਸਟੀਲ ਤੋਂ ਅਗਲਾ ਬਾਕੀ ਸਮਾਨ ਬਣਨਾ ਹੈ, ਬਾਕੀ ਸਮਾਨ ਤਾਂ ਬਣ ਸਕਦਾ ਹੈ, ਸਟੀਲ ਕੌਣ ਬਣਾਏਗਾ? ਉਹਦੇ ਬਿਜਲੀ, ਬਿਲਕੁਲ ਹਾਈਡਰੋ ਪ੍ਰੋਜੈਕਟ, ਉਹਦੇ ਵਾਸਤੇ ਨਾ ਤਾਂ ਨੇਸ਼ਨ ਕੋਲ ਪੈਸਾ ਸੀ, ਨਾ ਪ੍ਰਾਈਵੇਟ ਇੰਡਸਟਰੀਜ਼ ਕੋਲ ਪੈਸਾ ਸੀ। ਜਦੋਂ ਅਮਰੀਕਾ ਜਾਂ ਯੂਰਪੀਅਨ ਮੁਲਕਾਂ 'ਚੋਂ ਗਏ ਵਿਕਾਸ ਵਾਸਤੇ
ਤੇ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਪਹਿਲੀ ਸ਼ਰਤ ਰੱਖੀ ਸੀ ਕਿ ਤੁਸੀਂ ਲੋਹਾ ਲਓ ਸਾਡੇ ਤੋਂ, ਇੰਡਸਟਰੀ ਕੋਲ ਲੈਂਦੇ ਹੋ। ਸੋ ਵੀ ਉਹਨਾਂ ਨੇ ਕਿਹਾ ਨਹੀਂ ਅਸੀਂ ਇੰਡਸਟਰੀ ਵੀ ਨਹੀਂ ਦਿਆਂਗੇ ਨਾ ਲੋਹਾ ਦਿਆਂਗੇ, ਤੁਹਾਨੂੰ ਟੈਕਨੀਕ ਵੀ ਨਾਲ ਦਿਆਂਗੇ। ਨਾਲ ਦੇ ਨਾਲ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਤੁਹਾਡਾ ਸਮਾਨ ਵੀ ਖਰੀਦਾਂਗੇ। ਸਮਾਨ ਦੀ ਬਾਤ ਦੀ ਗੱਲ, ਤੁਸੀਂ ਆਪਣੇ ਮੁਲਕ 'ਚ ਪੈਦਾ ਬਣਾ ਲਓ, ਪਰ ਉਹਨਾਂ ਕਿਹਾ ਤੁਹਾਨੂੰ ਅਸੀਂ ਟੈਕਨੀਕ ਵੀ ਦਿਆਂਗੇ ਕਿ ਬਣਦਾ ਕਿਵੇਂ ਹੈ। ਉਹਨਾਂ ਬੇਸਿਕ ਜਿਹੜੀਆਂ ਇੰਡਸਟਰੀਆਂ ਸੀ ਉਹ ਉਹਨਾਂ ਐਸਟੈਬਲਿਸ਼ ਕੀਤੀਆਂ, ਜਿਹੜੀਆਂ ਬਿਲਾਈ ਵਗੈਰਾ ਬੁਖਾਰੋ ਜਿਹੜੀਆਂ ਉਹ ਲੈ ਕੇ ਆਏ ਸਨ। ਬਿਲਕੁਲ ਇਵੇਂ ਉਹਨਾਂ ਨੇ ਪ੍ਰੋਜੈਕਟਾਂ 'ਚ, ਬਿਜਲੀ ਪ੍ਰੋਜੈਕਟਾਂ 'ਚ ਦਿੱਤਾ, ਈਵਨ ਕਿ ਸਾਡੇ ਆਰਮਾਮੈਂਟ 'ਚ, ਹਥਿਆਰਾਂ 'ਚ ਬਿਲਕੁਲ ਇੱਥੇ ਨਿਰਮਾਣ ਹੁੰਦਾ ਰਿਹਾ। ਉਹ ਦਬਾਅ 'ਚ ਸਾਡੇ ਜਿਹੜਾ ਉੱਭਰਦਾ ਪੂੰਜੀਪਤੀ ਸੀ, ਵਪਾਰੀ ਸੀ, ਬਹੁਤ ਸਿਆਣਾ ਸੀ। ਫਿਰ ਉਹਨਾਂ ਨੇ ਸੋਚਿਆ ਕਿ ਉਹਨਾਂ ਦੀ ਆਪਣੀ ਸਾਮਰਾਜ ਦੀ ਤੇ ਉੱਭਰਦੇ ਆਪਣਾ ਸਮਾਜਵਾਦ ਦੀ ਜਿਹੜੇ ਟਕਰਾਓ ਸੀ, ਅਲਾਈ ਚਾਹੀਦੇ ਨੇ। ਉਹਦੇ 'ਚ ਨਾਨ ਅਲਾਈਨਡ ਮੂਵਮੈਂਟ ਵੀ ਚੱਲਿਆ ਕਿ ਅਸੀਂ ਕਿਸੇ ਨਾਲ ਨਹੀਂ ਨਾ ਤੁਹਾਡੇ ਨਾਲ, ਉਧਰ ਨਾਲ, ਪਰ ਨਾਨ ਅਲਾਈਨਡ ਦੇ ਨਾਂ ਤੇ ਉਹਨਾਂ ਦੋਵਾਂ ਨੂੰ ਬਾਰਗੇਨ ਕਰਦੇ ਰਹੇ ਵੀ ਤੂੰ ਨਹੀਂ ਦੇਗਾ ਮੈਂ ਉੱਥੋਂ ਲੈ ਆਵਾਂਗਾ। ਅਮਰੀਕਾ ਵੀ ਦਿੱਤਾ, ਫਿਰ ਅਮਰੀਕਾ ਵੀ ਲਿਆ। ਪਰ ਬੇਸਿਕ ਚੀਜ਼ ਇਹ ਹੈ ਕਿ ਉਸ 5 ਈਅਰ ਪਲਾਨ 'ਚ ਵਿਕਾਸ ਹੋਇਆ। ਮੈਂ ਨਹੀਂ ਕਹਿੰਦਾ ਕਿ ਸਿਰਫ ਵਿਕਾਸ ਵਿੱਚ ਪੂੰਜੀਪਤੀ ਨੂੰ ਫਾਇਦਾ ਹੋਇਆ, ਸਾਨੂੰ ਵੀ ਐਜੂਕੇਸ਼ਨ ਮਿਲਿਆ। ਉਹਨਾਂ ਨੂੰ ਇੱਥੋਂ ਦੇ ਉੱਭਰਦੇ ਪੂੰਜੀਪਤੀ ਨੂੰ ਇੰਜੀਨੀਅਰ ਵੀ ਚਾਹੀਦਾ ਹੈ, ਟੈਕਨੀਸ਼ੀਅਨ ਵੀ ਚਾਹੀਦਾ ਹੈ, ਉਹਨੂੰ ਮਾਰਕੀਟ ਵੀ ਚਾਹੀਦੀ ਹੈ, ਮਾਲ ਵੇਚਣ ਵਾਸਤੇ ਚਾਹੀਦਾ। ਇਹ ਨਹੀਂ ਹੁੰਦਾ ਕਿ ਜਦੋਂ ਹਿੰਦੁਸਤਾਨ 'ਚ ਅੰਗਰੇਜ਼ ਰੇਲਵੇ ਲੈ ਕੇ ਗਏ, ਉਹ ਰੇਲਵੇ ਇਸ ਵਾਸਤੇ ਨਹੀਂ ਲੈ ਗਏ ਸੀ ਕਿ ਪੇਸ਼ਾਵਰ ਔਰ ਚੇਨਈ ਵਾਲੇ ਲੋਕ ਆਪਸੇ ਗੱਲਬਾਤ ਕਰਕੇ ਤੁਹਾਡੇ ਖਿਲਾਫ ਲੜਨਗੇ। ਗਏ ਤਾਂ ਮਾਲ ਵੇਚਣ ਵਾਸਤੇ ਸੀ, ਰੇਲਾਂ ਵਿਛਾਈਆਂ ਸੀ, ਕੱਚਾ ਮਾਲ ਪੂਰੇ ਦੇਸ਼ ਉੱਥੋਂ ਚੁੱਕਣਾ ਕਿਵੇਂ ਹੈ, ਬੰਦਰਗਾਹਾਂ 'ਚ ਲਿਆਉਣਾ ਕਿਵੇਂ ਹੈ, ਤੇ ਬੰਦਰਗਾਹਾਂ ਤੋਂ ਉਲਟਾ ਉਹ ਵੇਚਣ ਵਾਸਤੇ ਮਾਰਕੀਟ ਸੁੱਟਣਾ ਕਿਵੇਂ ਹੈ। ਮੈਂ ਤੁਹਾਨੂੰ ਜਿਹੜੇ ਹਰਿਆਣੇ ਪੰਜਾਬ ਦੇ ਮੇਰੇ ਦੋਸਤ ਸੁਣ ਰਹੇ ਨੇ, ਜਿੰਨੇ ਰੇਲਵੇ ਸਟੇਸ਼ਨ ਬਣੇ ਨੇ ਉਹ ਸਾਰੇ ਮੰਡੀਆਂ ਦੇ ਨਾਲ ਨੇ। ਬਿਲਕੁਲ ਜਿੰਨੀਆਂ ਮੰਡੀਆਂ ਨੇ ਰੇਲਵੇ ਸਟੇਸ਼ਨ ਦੇ ਨਾਲ ਸੀ, ਟੋਹਾਣਾ ਮੰਡੀ, ਜਾਖਲ ਮੰਡੀ, ਉਛਾਣਾ ਮੰਡੀ, ਅਗਾ ਬਲਾਡਾ ਮੰਡੀ, ਮੰਡੀ ਦੇ ਨਾਂ ਤੇ ਸਟੇਸ਼ਨ ਬਣੇ ਨੇ। ਉੱਥੇ ਲਾਓ ਗੰਢਾਂ ਰੂ ਦੀਆਂ ਦੂਜੀਆਂ, ਉੱਥੇ ਚੁੱਕੋ ਤੇ ਉੱਥੋਂ ਲਾਓ। ਇਹ ਸੀ, ਪਰ ਉਹਦੇ ਨਾਲ ਇੱਕ ਫਾਇਦਾ ਹੋਇਆ ਨਾ ਕਿ ਪੂਰਾ ਹਿੰਦੁਸਤਾਨ ਜਿਹਨੂੰ ਕਹਿੰਦੇ ਦੋ ਕੋਹ ਦੇ ਪ੍ਰਦੇਸ਼ ਹੈ, ਉਹ ਇੱਕ ਦੇਸ਼ ਦੇ ਰੂਪ 'ਚ ਵੀ ਜੁੜਨਾ ਸ਼ੁਰੂ ਹੋਇਆ। ਕੁਝ ਚੀਜ਼ਾਂ ਨਾਲ ਕੁਦਰਤੀ ਤੌਰ ਤੇ ਹੁੰਦੀਆਂ ਨੇ, ਉਹਨੂੰ ਰੋਕ ਨਹੀਂ ਸਕਦੇ ਤੁਸੀਂ। ਇਸੇ ਤਰ੍ਹਾਂ ਉਦੋਂ ਜਿਹੜਾ ਇਹਨਾਂ ਨੇ ਅਪਣਾਇਆ, ਜਿਹੜਾ ਉਹਦਾ ਵਿਕਾਸ ਇੱਕ ਹਿੱਸਾ ਮਿਲੇ, ਬਿਜਲੀ ਆਈ ਹੈ, ਐਜੂਕੇਸ਼ਨ ਆਈ, ਉਹਦੇ ਨਾਲ ਸੜਕਾਂ ਬਣੀਆਂ, ਨਵਾਂ ਨਿਰਮਾਣ ਹੋਇਆ, ਮੰਡੀਆਂ ਜਿਹੜੀਆਂ ਉੱਭਰਦੀਆਂ ਮੰਡੀਆਂ ਸੀ ਉਹਦੇ ਵਾਸਤੇ ਕੱਚਾ ਮਾਲ ਪਹੁੰਚੇ, ਪਿੰਡਾਂ ਤੱਕ ਸੜਕਾਂ ਬਣਾਉਣੀਆਂ ਪਈਆਂ। ਪਿੰਡਾਂ 'ਚੋਂ ਜਿਹੜਾ ਮੇਰਾ ਅਨਾਜ ਸਸਤਾ, ਮੇਰਾ ਕੱਚਾ ਮਾਲ ਜਿਹੜਾ ਸਸਤਾ ਹੈ ਉਹ ਮੰਡੀ ਤੱਕ ਪਹੁੰਚੇ, ਉਹਨੂੰ ਸੜਕ ਦੀ ਜ਼ਰੂਰਤ ਹੈ। ਔਰ ਪਿੰਡਾਂ ਤੱਕ ਉਹਦਾ ਮਾਲ ਜਾਏ, ਉਹਨੂੰ ਵੀ ਜ਼ਰੂਰਤ ਹੈ। ਉਹਦੇ ਨਾਲ ਸਾਨੂੰ ਵੀ ਫਾਇਦਾ ਆਇਆ ਕਿ ਅਸੀਂ ਵੀ ਇੱਕ ਜਿਹਨੂੰ ਅੱਜ ਦਾ ਵਿਕਾਸ ਦਾ ਕਹਿੰਦੇ ਆ ਉਹਦੇ 'ਚ ਹਿੱਸੇਦਾਰ ਬਣੇ ਆ। ਉਹ 5 ਸਾਲਾ ਯੋਜਨਾ 'ਚ ਵਿਕਾਸ ਬਹੁਤ ਵੱਡਾ ਰਿਹਾ। ਹੁਣ ਹੈ ਕਿ ਹੁਣ ਕੀ ਬਣਿਆ, ਮੈਂ ਇਹਨੂੰ ਛੋਟੇ ਸ਼ਬਦਾਂ 'ਚ ਜਾਵਾਂਗਾ। ਹੁਣ ਕਿਉਂਕਿ ਦੱਸਿਆ ਕਿ ਹੁਣ ਕਾਰਪੋਰੇਟ ਜਦੋਂ ਖਤਮ ਹੋਇਆ ਨਾ, ਦੂਜਾ ਇਹ ਨਵੀਂ ਆਇਆ ਪਾਲਿਸੀਜ਼ ਆਈ, ਔਰ ਪੂਰੀ ਦੁਨੀਆ 'ਚ ਇੱਕ ਧਰੁਵੀ ਦੁਨੀਆ ਦੇ ਨਾਂ ਦੇ ਉੱਤੇ ਕਾਰਪੋਰੇਟ ਦਾ ਨਵੀਂ ਗਲੋਬਲਾਈਜੇਸ਼ਨ ਜਾਂ ਵਰਲਡ ਬੈਂਕ ਔਰ ਇਹਨਾਂ ਸਾਰੀਆਂ ਸ਼ਰਤਾਂ, IMF ਸ਼ਰਤਾਂ ਥੋਪ ਕੇ ਹੌਲੀ ਪ੍ਰਾਈਵੇਟਾਈਜੇਸ਼ਨ ਲੈ ਕੇ ਗਏ। ਹੁਣ ਜਦੋਂ ਉਹ ਕੀਤਾ ਤੇ ਹੁਣ ਉਹਨਾਂ ਨੂੰ ਵਿਕਾਸ ਨਹੀਂ, ਉਹਨਾਂ ਨੂੰ ਮੁਨਾਫਾ ਚਾਹੀਦਾ ਹੈ। 1% ਮੁਨਾਫਾ ਚਾਹੀਦਾ। ਉਦੋਂ ਤਾਂ ਨੈਸ਼ਨਲਾਈਜ਼ ਸੀ, ਰੇਲਵੇ ਨੈਸ਼ਨਲਾਈਜ਼ ਸੀ, ਹਵਾਈ ਜਹਾਜ਼ ਨੈਸ਼ਨਲਾਈਜ਼ ਸੀ, ਕੀਤੇ ਪ੍ਰਾਈਵੇਟ ਨੂੰ ਨੈਸ਼ਨਲਾਈਜ਼ ਕੀਤਾ ਸੀ, ਬੈਂਕ ਨੈਸ਼ਨਲਾਈਜ਼ ਕੀਤੇ ਸੀ, ਉਹਨਾਂ ਬੈਂਕਾਂ ਦਾ ਟਾਰਗੇਟ ਤੈਅ ਕੀਤਾ ਸੀ, ਇੰਸ਼ੋਰੈਂਸ ਕੰਪਨੀਆਂ ਨੈਸ਼ਨਲਾਈਜ਼ ਕੀਤੇ ਸੀ, ਸਾਡਾ ਬਿਜਲੀ ਸਾਰੀ ਪ੍ਰੋਡਕਸ਼ਨ ਨੈਸ਼ਨਲਾਈਜ਼ ਸੀ। ਬੇਸ਼ੱਕ ਉਹਨਾਂ ਨੂੰ ਉਹਦੇ ਸਸਤੇ ਇੰਡਸਟਰੀਜ਼ ਨੂੰ ਦਿੱਤਾ ਹੋਵੇਗਾ, ਪਰ ਇੱਕ ਹਿੱਸਾ ਲੋਕਾਂ ਨੂੰ ਦਿੰਦੇ ਰਹੇ। ਲੋਕਾਂ ਨੂੰ ਬੈਨੀਫਿਟ ਪਲੈਨਿੰਗ ਵਿੱਚ ਹਰੇਕ ਚੀਜ਼ ਦੇ ਟਾਰਗੇਟ ਸੀ। ਉਹਦੇ 'ਚ ਜ਼ਰੂਰੀ ਵੀ ਸੀ ਔਰ ਮਜਬੂਰੀ ਵੀ ਸੀ, ਦੋਨਾਂ 'ਚ ਵੀ ਆਮ ਲੋਕਾਂ ਨੂੰ ਵੀ ਹਿੱਸਾ ਮਿਲਿਆ। ਅੱਜ ਉਹਨਾਂ ਨੂੰ ਉਹ ਜ਼ਰੂਰਤ ਨਹੀਂ ਰਹੀ। ਮੈਂ ਤਾਂ ਇੱਥੋਂ ਤੱਕ ਕਹਾਂਗਾ ਮੌਜੂਦਾ ਖਤਮ ਹੋ ਗਿਆ, ਮਜਬੂਰੀ ਰਹਿ ਗਈ। ਮਜਬੂਰੀ ਨਹੀਂ, ਮਜਬੂਰੀ ਵੀ ਨਹੀਂ ਹੈ। ਠੀਕ ਹੈ ਜੀ। ਮਜਬੂਰੀ ਇਹ ਹੈ ਕਿ ਵੋਟਾਂ ਦੇ ਤੋਂ ਜਿਹੜਾ ਤੁਸੀਂ ਪਹਿਲਾਂ ਸਵਾਲ ਉਠਾਇਆ ਸੀ ਕਿ ਆ ਰਾਸ਼ਨ ਦੇ ਆ ਜਿਹੜੀ ਜਿੰਦਾ ਕਿਉਂ ਦਿੰਦੇ ਨੇ, ਉਹ ਰਿਸ਼ਵਤ ਹੈ ਵੋਟਾਂ ਲੈਣ ਵਾਸਤੇ ਜੀ। ਅਗਰ ਤੁਸੀਂ ਉਹ ਕਰਨਾ ਚਾਹੁੰਦੇ ਹੋ ਤੇ ਤੁਸੀਂ ਲੋਕਾਂ ਨੂੰ ਆਪਣੇ ਇੰਨਾ ਸક્ષਮ ਕਰ ਦਿਓ, ਰੋਜ਼ਗਾਰ 'ਚ ਉਹਦੀ ਜੇਬ 'ਚ ਪਾਕਟ ਦਿਓ ਕਿ ਤੁਹਾਡੇ ਜਿਹੜੇ ਆ ਦਿੱਤੇ ਦਾਨ ਉੱਥੇ ਨਿਰਭਰ ਨਹੀਂ ਰਹਿਣ, ਕਿ ਉਹ ਪਰਚੇਜ਼ਿੰਗ ਪਾਵਰ ਵੱਧੇ ਉਹਨਾਂ ਦੀ ਜੀ। ਪਰਚੇਜ਼ਿੰਗ ਪਾਵਰ ਵਧਾਓ। ਪਰਚੇਜ਼ਿੰਗ ਪਾਵਰ ਨਹੀਂ ਵਧ ਰਹੀ ਕਿਉਂਕਿ ਲੋਕਾਂ ਦੀ ਖਰੀਦ ਸ਼ਕਤੀ ਉਹਨਾਂ ਦੀ ਲੁੱਟ ਇੰਨੀ ਹੋਈ ਹੈ ਕਿ ਪੈਸਾ ਕੁਝ ਹੱਥਾਂ ਸੈਂਟਰਲਾਈਜ਼ ਹੋ ਗਿਆ। ਉਹ ਤਾਂ ਆਲਰੇਡੀ ਆਲ ਵਰਲਡ ਦੇ ਆંકੜੇ ਤੁਹਾਡੇ ਸਾਹਮਣੇ ਆ ਗਏ ਨੇ। ਬਿਲਕੁਲ। ਇਸ ਵਾਸਤੇ ਹੁਣ ਉਹ ਜਿਹੜੇ ਲੋਕ ਚਲਾ ਰਹੇ ਨੇ ਉਹਨਾਂ ਕੋਲ ਵੋਟਾਂ ਲੈਣੀਆਂ ਨੇ, ਕਿਉਂਕਿ ਅਜੇ ਲਵਾਦਾ ਉਹ ਪਹਿਨ ਹੈ ਕਿ ਅਸੀਂ ਡੈਮੋਕ੍ਰੇਸੀ ਵਿਸ਼ਵਾਸ ਰੱਖਦੇ ਹਾਂ, ਪ੍ਰਜਾਤੰਤਰ ਵਿਸ਼ਵਾਸ ਕਰਦੇ ਹਾਂ। ਪ੍ਰਜਾਤੰਤਰ ਵਿਸ਼ਵਾਸ ਮੈਂ ਪਿਛਲੇ ਦਿਨ ਇੱਥੇ ਸ਼ਾਇਦ ਤੁਹਾਡੇ ਇੱਥੇ ਕੀਤੀ ਗੱਲ ਜਾਂ ਮੈਂ ਰੇਡੀਓ ਕੀਤੀ ਹੈ, ਮੈਨੂੰ ਕੁਝ ਸੁਣ ਰਹੇ ਹੋਣ। ਅੱਜ 207 MLA ਨੇ ਸਾਡੇ ਹਰਿਆਣੇ ਪੰਜਾਬ ਦੇ, ਮੈਂ ਦੂਰ ਦੇ ਐਗਜ਼ਾਮਪਲ ਨਹੀਂ ਦਿਆਂਗਾ ਜੀ। 90 ਸਾਡੇ ਤੇ 107 ਪੰਜਾਬ ਦੇ। 207 ਚੋਂ ਮੇਰਾ ਫੋਨ ਨੰਬਰ ਪੁੱਛ ਲਿਓ ਜੀ ਇਹਨਾਂ ਤੋਂ, ਮਨਜੀਤ ਸਿੰਘ ਜੀ ਤੋਂ। ਇੱਕ MLA ਦੱਸ ਦਿਓ ਜਿਹੜੇ ਜਨ ਸੰਘਰਸ਼ਾਂ ਚੋਂ ਅਮਰ ਹੋ ਕੇ ਲੋਕਾਂ ਦੇ ਪ੍ਰਤੀ ਵਫਾਦਾਰ ਹੋ ਕੇ MLA ਬਣਿਆ। ਇੱਕ, ਮੈਂ ਕਿਸੇ ਪਾਰਟੀ ਨਾਲ ਨਹੀਂ, ਕਿਸੇ ਪਾਰਟੀ 'ਚ ਵੀ। ਮੈਂ ਹੈਰਾਨ ਹਾਂ ਕਿ ਚੁਣਾਵ ਦੇ ਵਿੱਚ
ਕਰੋੜਾਂ ਰੁਪਇਆ ਖਰਚ ਹੋ ਰਿਹਾ ਹੈ। ਜਿਹੜਾ ਚੁਣਾਵ 'ਚ ਕਰੋੜ ਰੁਪਏ ਖਰਚ ਕਰ ਰਿਹਾ ਹੈ ਉਹ ਕਿਉਂ ਖਰਚ ਕਰ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਅਜੇ ਵੀ। ਇਸ ਵਾਸਤੇ ਕਿਉਂਕਿ ਜਿਹੜਾ ਉਹਨੂੰ ਫਾਈਨਾਂਸ ਕਰ ਰਿਹਾ ਹੈ ਉਹ ਫਾਈਨਾਂਸ ਵਿੱਚੋਂ ਕੱਢ ਕੇ ਉਹਨੂੰ ਉਹ ਵਾਪਸ ਦੇਗਾ ਜੀ। ਇੱਥੇ ਆ ਕੇ ਉਹ ਸਾਰੀ ਜਿਹੜੀ ਤੁਸੀਂ ਕਿਹਾ ਨਾ, ਇਸ ਵਾਰ ਤੁਹਾਨੂੰ ਲੋਕਾਂ ਦੀ ਵੋਟ ਵੀ ਤਾਂ ਲੈਣੀ ਹੈ। ਵੋਟ ਲੈਣੀ ਹੈ ਤੇ ਤੁਹਾਨੂੰ ਮੁਫਤ ਬਿਜਲੀ ਦਿਆਂਗੇ, ਬਿਜਲੀ ਸਸਤੀ ਨਹੀਂ ਕਰੋਗੇ ਉਹ ਖਰੀਦ ਪਾਏ। ਬਿਲਕੁਲ। ਉਹਦੇ ਸੈਲਫ ਰਿਸਪੈਕਟ ਵੀ ਰਹੇ ਕਿ ਮੈਂ ਦਾਨ ਦਾ ਅਨਾਜ ਨਹੀਂ ਚੁੱਕ ਕੇ ਲਿਆਇਆ, ਮੈਨੂੰ ਦਿਹਾੜੀ ਮਿਲੀ ਹੈ, ਦਿਹਾੜੀ ਦਾ 500 ਰੁਪਈਆ ਮਿਲਿਆ, ਉਸ ਰੁਪਈਏ ਨਾਲ ਮੈਨੂੰ ਸਸਤਾ ਅਨਾਜ ਮਿਲਿਆ। ਮੁਫਤ ਕਿਉਂ? ਬਿਲਕੁਲ। ਅਨਾਜ ਦਾ ਜਿੰਨਾ ਅਨਾਜ ਦਾ ਉਹਦੇ ਤੇ ਉਹਨੂੰ ਸਬਸਾਈਡ ਕਰਕੇ ਉਹਨੂੰ ਦਿਓ ਜਿਹੜਾ ਉਹਦਾ ਰਾਈਟ ਬਣਦਾ ਹੈ। ਤੁਸੀਂ ਸਬਸਿਡੀਆਂ ਦੇ ਰਹੇ ਹੋ, ਵੱਡੀਆਂ ਇੰਡਸਟਰੀ ਨੂੰ ਦੇ ਰਹੇ ਹੋ, ਪੈਕੇਜ ਦੇ ਰਹੇ ਹੋ। ਇੱਕ ਪਾਸੇ ਦੇਖੋ 18,000 ਕਰੋੜ ਚ ਤੁਹਾਡੀ 에ਅਰ ਇੰਡੀਆ ਵਿਕ ਰਹੀ ਹੈ ਔਰ ਉਸ ਦੇਸ਼ ਦਾ ਪ੍ਰਾਈਮ ਮਿਨਿਸਟਰ 8,000 ਕਰੋੜ ਦਾ ਜਹਾਜ਼ ਲੈ ਕੇ ਉੱਡਿਆ ਫਿਰਦਾ ਹੈ ਔਰ ਉਹ ਆ ਕੇ ਸਕਾਟਲੈਂਡ ਕਹਿੰਦਾ ਹੈ ਕਿ ਮੈਂ ਪੋਲਿਊਸ਼ਨ ਘੱਟ ਕਰਾਂਗਾ। ਸਾਰੇ ਦੁਨੀਆ ਦੇ ਜਿਹੜੇ ਗੂੰ ਇਕੱਠੇ ਹੋ ਗਏ ਜਿਹੜੇ ਇੱਕ ਇੱਕ ਬੰਦਾ ਕਿ ਹਵਾਈ ਜਹਾਜ਼ ਲੈ ਗਿਆ ਹੈ ਜਿਹਨੇ ਸਭ ਤੋਂ ਜ਼ਿਆਦਾ ਪੋਲਿਊਸ਼ਨ ਪੈਦਾ ਕੀਤਾ ਹੈ, ਉਹ ਲੋਕਾਂ ਨੂੰ ਦੱਸ ਰਹੇ ਕਿ ਅਸੀਂ ਪੋਲਿਊਸ਼ਨ ਦੂਰ ਕਰਨ ਵਾਸਤੇ ਇਕੱਠੇ ਹੋਏ ਹਾਂ। ਬਹੁਤ ਚਿੰਤਤ ਅਸੀਂ। ਬਿਲਕੁਲ। ਇਹ ਜਿਹੜੀ ਕੰਟਰਡਿਕਸ਼ਨ ਸੀ, ਇਹ ਵਿਰੋਧਾਭਾਸ ਨੇ, ਇਹਨੂੰ ਸਮਝਣ ਦੀ ਜ਼ਰੂਰਤ ਹੈ ਜਿਹੜੇ ਆਪਾਂ ਅੱਜ ਗੱਲ ਕਰ ਰਹੇ ਹਾਂ। ਇਸ ਵਾਸਤੇ ਇਹ ਮਜਬੂਰੀ ਬਸ ਉਹਨਾਂ ਨੂੰ ਮੁਫਤੀ ਦੇ ਕੇ ਸ਼ਰਾਬਾਂ ਵੰਡਦੇ ਨੇ। ਇਹ ਤਾਂ ਹੋ ਗਿਆ ਅਫੀਸ਼ੀਅਲ। ਜੀ ਜੀ। ਸ਼ਰਾਬਾਂ ਵੰਡਦੇ ਨੇ। ਹਰਪਾਲ ਜੀ 2-3 ਸਵਾਲ ਫਟਾਫਟ ਛੋਟੇ ਰੱਖਾਂਗੇ, ਸੰਖੇਪ ਦੇ ਵਿੱਚ, ਸਮੇਂ ਦੀ ਘਾਟ ਆ। ਇੱਕ ਪਲੈਨਿੰਗ ਕਮਿਸ਼ਨ ਹੁੰਦਾ ਸੀ ਜਿਹੜਾ ਕਿ ਸਾਰੇ 5 ਈਅਰ ਪਲੈਨਿੰਗਸ ਨੂੰ ਅੰਜਾਮ ਦਿੰਦਾ ਸੀਗਾ, ਉਹਦਾ ਨਾਮ ਰੱਖਤਾ ਜੀ ਨੀਤੀ ਆਯੋਗ। ਕੀ ਇਹ ਪਲੈਨਿੰਗ ਆਯੋਗ ਦਾ ਨਾਮ ਚੇਂਜ ਕਰਨ ਦੇ ਨਾਲ ਉਹਦੀ ਕੋਈ ਜਿਹੜੀ ਵਰਕਿੰਗ ਹੈਗੀ ਆ ਉਹ ਇੰਪਰੂਵ ਹੋ ਸਕਦੀ? ਨੰਬਰ 1। ਨਹੀਂ, ਮੈਂ ਇੱਥੇ ਇੱਕ ਦੇ ਜਵਾਬ ਦਿਆਂਗਾ। ਜੀ ਜੀ। ਉਹ ਤਾਂ ਮੈਂ ਦੱਸਿਆ ਕਿ ਉਹ ਤਾਂ ਸਿਸਟਮ ਹੀ ਖਤਮ ਕਰਤਾ ਨਾ ਕਿ ਪ੍ਰਾਈਵੇਟ ਹੋਣਾ ਹੈ। ਪ੍ਰਾਈਵੇਟ ਚ ਪਲੈਨਿੰਗ ਉਹਨੇ ਇਹਨਾਂ ਕਿਹਦੇ ਵਾਸਤੇ ਕਰਨੀ? ਉਹ ਤਾਂ ਅਡਾਨੀ ਕਰੇਗਾ ਪਲੈਨਿੰਗ, ਅੰਬਾਨੀ ਕਰੇਗਾ। ਨੀਤੀ ਆਯੋਗ ਤੱਕ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਨਾ ਰੱਖਣਾ ਹੈ। ਇਹਨਾਂ ਤੇ ਇੱਕ ਮਹਿਕਮਾ ਖੜਾ ਕੀਤਾ ਸੀ, ਡਿਸਇਨਵੈਸਟਮੈਂਟ ਮਿਨਿਸਟਰੀ। ਬਿਲਕੁਲ ਹੈਗਾ ਸੀ। ਉਹ ਸੀ ਸਰਕਾਰੀ ਮਾਲ ਵੇਚਣ ਦਾ ਮਹਿਕਮਾ, ਸਰਕਾਰੀ ਜਿਹੜਾ ਬਣਿਆ ਅੱਜ ਤੱਕ। ਹਾਲਾਂਕਿ ਉਹ ਦੇਣ ਕਾਂਗਰਸ ਦੀ ਸੀ, ਅਰੁਣ ਸ਼ੌਰੀ ਬਣੇ ਸੀ। ਮੈਂ ਜੇ ਅਰੁਣ ਸ਼ੌਰੀ ਮੰਤਰੀ, ਕਮਾਲ ਦੀ ਗੱਲ ਹੈ। ਬਿਲਕੁਲ। ਮੈਂ ਉਹਨੂੰ ਫਾਰਗ ਨਹੀਂ ਕਰ ਰਿਹਾ, ਪੋਲੀਟੀਕਲ ਸਿਸਟਮ ਮੈਂ ਕਹਿ ਰਿਹਾ ਪਿਛਲੇ 20 ਸਾਲਾਂ 30 ਸਾਲਾਂ ਦਾ ਸਿਸਟਮ ਉਹਦੇ ਜੋੜ ਕਰ ਰਿਹਾ। ਮੈਂ ਉਹਨੂੰ ਫਾਰਗ ਨਹੀਂ ਕਰ ਰਿਹਾ, ਫਾਊਂਡੇਸ਼ਨ ਨਾਲ ਰੱਖੀ ਹੈ। ਮੈਂ ਪਹਿਲਾਂ ਬੋਲ ਕੇ ਗਿਆ ਜਿਹੜੇ ਕਾਨੂੰਨ ਬਣੇ ਸਾਰੇ ਸ਼ਾਮਲ ਸੀ ਨਾ ਕਾਨੂੰਨਾਂ 'ਚ, ਕੋਈ ਇਹਦੇ ਤੋਂ ਬਰੀ ਨਹੀਂ ਹੋ ਸਕਦਾ। ਇਵੇਂ ਜਿਹੜਾ ਤੁਸੀਂ ਕਰ ਨੀਤੀ ਉਹ ਨਾਲ ਨਹੀਂ ਫਰਕ ਪੈਂਦਾ। ਫਿਰ ਤੁਸੀਂ ਦੂਜਾ ਸਵਾਲ ਉਠਾਇਆ ਕਿ ਮੰਤਰਾਲੇ, ਕਿਉਂਕਿ ਜਦੋਂ ਸੈਂਟਰਲਾਈਜ਼ ਇਕਨੋਮੀ ਹੋਏਗੀ ਉਹਦਾ ਰਾਜਨੀਤੀ 'ਚ ਰਿਫਲੈਕਸ਼ਨ ਜਾਏਗਾ, ਰਾਜਨੀਤੀ ਵੀ ਸੈਂਟਰਲਾਈਜ਼ ਹੁੰਦੀ ਚਲੀ ਜਾਏਗੀ। ਇੱਕ ਦੌਰ 'ਚ ਡਿਮਾਂਡ ਸੀ ਮੋਰ ਰਾਈਟ ਟੂ ਸਟੇਟਸ, ਠੀਕ, ਮੋਰ ਰਾਈਟ ਟੂ ਸਟੇਟਸ ਕਹਿਣ ਵਾਲੇ ਬਾਦਲ ਹੋਰੀ ਅਲਾਈਜ਼ ਕਿਹਦੇ ਬਣੇ ਨੇ? ਮੋਰ ਰਾਈਟ ਟੂ ਸੈਂਟਰ, ਕਿਉਂਕਿ ਉਹ ਬਦਲ ਗਿਆ, ਸਾਰਾ ਕੁਝ ਟ੍ਰੈਂਡ ਬਦਲ ਗਿਆ। ਹੁਣ ਕਿਉਂਕਿ ਕਾਰਪੋਰੇਟ ਦੇ ਹੱਥ ਸਾਰੀ ਇਕਨੋਮੀ ਦੀ ਡੋਰ ਹੈ। ਇਸ ਵਾਸਤੇ ਆਰਮੀ, ਤਿੰਨੇ ਆਰਮੀਆਂ ਦਾ ਵੀ ਇੱਕ ਬਣਾਓ, ਜੁਡੀਸ਼ੀਅਲ ਨੂੰ ਕਰਪਟ ਕਰ ਦਿਓ, ਜੋ ਮਨ ਚਾਹੇ ਫੈਸਲੇ ਜੋ ਪਿੱਛੇ ਜੱਜਾਂ ਨੇ ਕਰਵਾਏ ਨੇ ਸਾਰੀਆਂ ਸੰਸਥਾਵਾਂ ਦੀ ਸੰਸਥਾਵਾਂ। ਬਿਲਕੁਲ। ਤੇ ਇਸ ਤਰ੍ਹਾਂ ਮਤਲਬ ਕਿ ਫਿਰ ਮਿਨਿਸਟਰਾਂ ਦਾ ਨਾਂ ਕੀ ਲੈਣਾ ਹੁੰਦਾ? ਇੱਕ ਬੰਦੇ ਨੇ ਤੇ ਨਾਂ ਲੈਣਾ ਤੇ ਬਾਕੀ ਤਾਂ ਨਾਂ ਦੀ, ਕਿਉਂਕਿ ਰੱਖਣੇ ਪੈਂਦੇ ਨੇ ਨਾਂ, ਕੋਈ ਨਾ ਕੋਈ ਨਾਂ ਰੱਖਣੇ ਪੈਂਦੇ ਨੇ। ਉਹ ਫਿਰ ਨਾਲੇ ਨਾਂ ਮਾਤਰ ਹੀ ਰਹਿ ਜਾਂਦੇ ਨੇ ਉਹ। ਹਾਂ, ਨਾਂ ਮਾਤਰ ਰਹਿੰਦੇ ਨੇ। ਇਹ ਉਹ ਜਿਹੜਾ ਆਖਰੀ ਤੁਸੀਂ ਸਵਾਲ ਚੁੱਕਿਆ ਸੀ ਨਾ, ਕੋਈ ਮੰਤਰਾਲੇ ਨਾਂ ਨਹੀਂ, ਨਾ ਤਾਂ ਉਹਨਾਂ ਕੋਈ ਮੰਤਰਾਲਾ ਹੋਵੇ ਤਾਂ ਬਿਲਕੁਲ, ਕੋਈ ਉਹਨੇ ਪਾਲਿਸੀ ਇੰਡੀਪੈਂਡੈਂਟ ਤੌਰ ਤੇ ਕਰਨੀ ਹੋਵੇ ਤਾਂ ਉਹ ਤਾਂ ਸਭ ਕੁਝ ਸੈਂਟਰਲਾਈਜ਼ ਜਿਵੇਂ ਉੱਤੇ ਹੋਇਆ ਹੈ। ਉਹ ਸੈਂਟਰਲਾਈਜ਼ ਦੀ ਰਿਫਲੈਕਸ਼ਨ ਟੋਟਲ ਦੀ ਟੋਟਲ ਇਕਨੋਮੀ ਸੈਂਟਰਲਾਈਜੇਸ਼ਨ ਦੀ ਰਿਫਲੈਕਸ਼ਨ ਜਿਹੜੀ ਰਾਜਨੀਤੀ 'ਚ ਹੈ ਜੀ, ਉਹ ਸਿਰਫ ਉੱਥੇ ਨਹੀਂ ਹੈ। ਜਿਹੜੀ ਖੇਤਰੀ ਪਾਰਟੀਆਂ ਹੈ, ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ, ਜਿਹੜੇ ਘਰ 'ਚ ਡੈਮੋਕ੍ਰੇਸੀ ਘਰ ਟੁੱਟ ਰਹੇ ਨੇ, ਜਿਹੜੀ ਪੋਲੀਟੀਕਲ ਪਾਰਟੀਆਂ ਹੈ, ਮੈਂ ਤਾਂ ਹੁਣ ਵੇਖ ਰਿਹਾ ਸੀ ਆ ਪੰਜਾਬ 'ਚ ਇਲੈਕਸ਼ਨ ਨੇ ਤੇ ਸੁਖਬੀਰ ਬਾਦਲ ਜਿੱਥੇ ਜਾਂਦਾ ਕਹਿੰਦਾ ਇੱਥੇ 3 ਟਿਕਟ ਦੇਤੀ ਜੀ। ਕੋਈ ਕਮੇਟੀ, ਕੋਈ ਜਿਹੜੀ ਸ਼ਰਮ ਬਣਾਈ ਹੁੰਦੀ ਸੀ, ਸੰਸਦੀय ਕਮੇਟੀ ਹੈ, ਇੰਟਰਨਲ ਡੈਮੋਕ੍ਰੇਸੀ, ਇੰਟਰਨਲ ਨਹੀਂ, ਸ਼ਰਮ ਕਮੇਟੀ ਹੈ, ਸੰਸਦੀय ਕਮੇਟੀ, ਉਹ ਫੈਸਲੇ ਕਰੇਗੀ ਟਿਕਟਾਂ ਦੇ। ਮੈਂ ਤਾਂ ਇੱਕ ਵੀ ਨਹੀਂ ਮੀਟਿੰਗ ਹੋਈ, ਸਾਰੀ ਸੀਟਾਂ ਵੀ ਡਿਕਲੇਅਰ ਹੋ ਗਈ ਹੈ। ਅੱਜ ਮੈਂ ਕਹਿੰਦਾ ਕਿ ਸਾਡੇ ਇੱਥੇ ਹਰਿਆਣੇ 'ਚ ਚੁਟਾਲੇ ਦੀ ਪਾਰਟੀ ਰਹੀ ਹੈ, ਉੱਥੇ ਉਹਦਾ ਪ੍ਰਧਾਨ ਵੀ ਬਣਾਉਂਦੇ ਸੀ। ਇੱਕ ਸਾਡਾ ਪ੍ਰਧਾਨ ਹੈ, ਕਿਉਂਕਿ ਇੱਕ ਸੰਵਿਧਾਨ ਬਣਿਆ, ਉਹਨੇ ਕਿਹਾ ਇਲੈਕਸ਼ਨ ਕਮਿਸ਼ਨ ਨੇ ਕਿ ਉਹਦੇ ਹਰ ਪਾਰਟੀ ਦੇ ਚੁਣਾਵ ਹੋਣੇ ਚਾਹੀਦੇ ਨੇ। ਚੁਣਾਵ ਕਿਉਂ ਹੋਣੇ? ਬੰਦੇ ਇਕੱਠੇ ਕਰਕੇ ਵੀ ਅਸੀਂ ਦੁਬਾਰਾ ਫਿਰ ਚੁਣ ਲਿਆ ਇਹਨੂੰ, ਤੁਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ। ਅੱਜ ਕੋਈ ਵੀ ਬਾਦਲ ਦੇ ਪਰਿਵਾਰ ਦੇ ਉਸ ਪਾਰਟੀ 'ਚ ਇਹ ਖੜਾ ਹੋ ਗਿਆ ਸੀ ਵੀ ਬਾਦਲ ਸਾਹਿਬ ਆ ਤੁਹਾਡਾ ਗਲਤ ਹੈ, ਆਪਾਂ ਇਹਨੂੰ ਬਦਲੀਏ। ਜਾਂ ਤਾਂ ਜੇ ਉਹ ਤਾਕਤਵਰ ਹੋਏ ਤਾਂ ਬਾਦਲ ਹੋਰੀ ਪਾਰਟੀ ਨਵੀਂ ਬਣਾ ਲੈਣਗੇ, ਤੇ ਉਹ ਕਮਜ਼ੋਰ ਹੋਏ ਨੂੰ ਕੱਢ ਦੇਣਗੇ, ਉਹ ਨਵੀਂ ਪਾਰਟੀ ਉਹਨਾਂ ਨੂੰ ਬਣਾਉਣੀ ਪੈਗੀ। ਉੱਥੇ ਕੈਰੀ ਨਹੀਂ ਕਰ ਸਕਦਾ ਇੱਕ ਬੰਦੇ ਦਾ ਜੀ। ਇਹ ਟੋਟਲ ਸ਼ੇਪ ਹੈ ਉਸ ਦੀ ਜਿਹੜੀ ਰਾਜਨੀਤੀ ਦੀ ਹੈ। ਹਰਪਾਲ ਜੀ ਹੁਣ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ, ਜਾਂਦਿਆਂ ਦਰਸ਼ਕਾਂ ਨੂੰ ਆਪਣੇ ਜਿਹੜੇ ਤੁਹਾਡੇ ਚਾਹਣ ਵਾਲੇ ਨੇ ਉਹਨਾਂ ਨੂੰ ਕੋਈ ਸੁਨੇਹਾ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਦੇਣਾ ਚਾਹੋ ਤਾਂ ਦੇ ਸਕਦੇ ਤੁਸੀਂ? ਮੈਂ ਸੁਨੇਹਾ ਇਹ ਹੁੰਦਾ ਹੈ ਕਿ ਮੈਂ ਸੁਨੇਹਾ ਨਹੀਂ ਹੈ, ਮੇਰੀ ਜਿਹੜੀ ਉਮੀਦ ਹੈ, ਪੂਰੀ ਦੁਨੀਆ ਜਿਹੜੀ ਹੈ
ਉਹ ਇੱਛਾਵਾਂ ਤੇ ਨਹੀਂ ਚੱਲਦੀ ਕਦੀ ਵੀ। ਜੀ ਇੱਛਾਵਾਂ ਮੇਰੀਆਂ ਬਹੁਤ ਵੱਡੀਆਂ ਹੋ ਸਕਦੀਆਂ ਨੇ। ਉਹ ਪੂਰੀ ਦੁਨੀਆ ਦਾ ਵਿਕਾਸ ਦਾ ਪਹੀਆ ਜਿਹੜਾ ਸਾਨੂੰ ਇੱਥੇ ਤੱਕ ਲੈ ਕੇ ਆਇਆ ਹੈ, ਉਹ ਮਨੁੱਖ ਮਾਤਰ ਦੀ ਜਿੰਦਾ ਰਹਿਣ ਦੀਆਂ ਇੱਛਾਵਾਂ ਨੇ। ਨਾ ਜਿੰਦਾ ਰਹਿਣ ਦੀਆਂ ਜ਼ਰੂਰਤਾਂ, ਇੱਛਾਵਾਂ ਫਿਰ ਨਹੀਂ ਕਹਾਂਗਾ ਮੈਂ, ਜਿੰਦਾ ਰਹਿਣ ਦੀਆਂ ਜ਼ਰੂਰਤਾਂ ਜਿਉਂ-ਜਿਉਂ ਵਧਣਗੀਆਂ, ਜ਼ਰੂਰਤਾਂ ਦੇ ਅਕੋਰਡਿੰਗ ਸਮਾਜ ਨੂੰ ਉਹ ਲੋਕ ਆਪਣੇ ਆਪ ਬਦਲ ਲੈਣਗੇ। ਜਿਹੜੇ ਕੰਮ ਨੂੰ ਰਾਜਨੀਤਿਕ ਪਾਰਟੀਆਂ ਹਿੰਦੁਸਤਾਨ 'ਚ ਨਹੀਂ ਕਰ ਸਕੀਆਂ, ਜਿਵੇਂ ਮੈਂ ਸੋਵੀਅਤ ਇਨਕਲਾਬ ਦਾ ਕੀਤਾ ਹੈ ਕਿ ਉਹਨੇ ਪੂਰੀ ਦੁਨੀਆ 'ਚ ਸਾਮਰਾਜ ਹੁੰਦਾ ਕੀ ਹੈ, ਉਹਦੇ ਸਰੂਪ ਕੀ ਹੈ, ਉਹਨੇ ਨੰਗਾ ਕੀਤਾ ਸੀ। ਅੱਜ ਦਾ ਜਿਹੜਾ ਹਿੰਦੁਸਤਾਨ ਦੇ ਵਿੱਚ ਕਿਸਾਨ ਅੰਦੋਲਨ ਹੈ, ਸਧਾਰਨ ਲੋਕ ਜਿਹੜੇ ਅਗਵਾਈ ਕਰਦੇ ਹੋਏ ਜਿਹਨਾਂ ਕਿਸੇ ਨਾਂ ਨਹੀਂ ਸੁਣਿਆ ਹੋਵੇਗਾ, ਅੱਜ ਹਿੰਦੁਸਤਾਨ ਦੇ ਆਮ ਜਨਤਕ ਖਾਸ ਕਰਕੇ ਜਿਹੜੇ ਲੁੱਟੇ ਜਾਂਦੇ ਲੋਕ ਹੈ, ਉਹਨਾਂ ਸਾਹਮਣੇ ਕਾਰਪੋਰੇਟ ਨੂੰ ਨੰਗਾ ਕੌਣ ਕਰ ਰਿਹਾ ਹੈ? ਰਾਜਨੀਤਿਕ ਪਾਰਟੀ ਨੰਗਾ ਨਹੀਂ ਕੀਤਾ, ਮੀਡੀਆ ਨੇ ਵੀ ਨਹੀਂ ਕੀਤਾ। ਉਹ ਮੀਡੀਆ ਤਾਂ ਉਹਦਾ ਪਾਰਟ, ਮੈਂ ਉੱਥੇ ਆਪਾਂ ਪਹਿਲਾਂ ਗੱਲ ਖਤਮ ਕਰ ਚੁੱਕੇ। ਠੀਕ ਹੈ। ਅੱਜ ਉਹਨੂੰ ਨੰਗਾ ਕਿਹਨੇ ਕੀਤਾ? ਇਹਦਾ ਮੁਲਾਂਕਣ ਇਤਿਹਾਸ ਕਰੇਗਾ ਆਉਣ ਵਾਲਾ ਸਮਾਂ, ਪਰ ਨੰਗਾ ਕਿਹਨੇ ਕੀਤਾ? ਜਿਹੜੇ ਲੋਕਾਂ ਦੇ ਤੁਸੀਂ ਜਾਣਕਾਰ ਨਹੀਂ ਸੀ। ਸਹੀ ਗੱਲ ਹੈ। ਜ਼ਰੂਰਤਾਂ ਨੇ ਉਹਨਾਂ ਨੂੰ ਸੜਕਾਂ ਤੇ ਲਿਆਏ, ਔਰ ਸੜਕਾਂ ਤੇ ਆਉਂਦਿਆਂ ਹੋਇਆ ਉਸ ਅੰਦੋਲਨਾਂ ਨੇ ਉਸ ਚੀਜ਼ ਨੂੰ ਨੰਗਾ ਕਰ ਦਿੱਤਾ ਜਿਹਨੂੰ ਕੋਈ ਰਾਜਨੀਤਿਕ ਸਿਸਟਮ ਜਾਂ ਮੀਡੀਆ ਕੋਈ ਨੰਗਾ ਨਹੀਂ ਕਰ ਸਕਿਆ, ਕਿ ਤੁਹਾਡਾ ਵਾਸਤਵਿਕ ਦੁਸ਼ਮਣ ਉਹਦੇ ਸਾਹਮਣੇ ਖੜਾ ਕਰ ਦਿੱਤਾ। ਇਹ ਕੋਈ ਛੋਟੀ ਦੇਣ ਹੈ? ਇਹਨੂੰ ਇਤਿਹਾਸ ਮੁਲਾਂਕਣ ਕਰੇਗਾ। ਤੇ ਮੈਂ ਹੋਪਫੁਲ ਹਾਂ, ਇੱਥੇ ਨਹੀਂ ਹੈ ਸਿਰਫ ਹਿੰਦੁਸਤਾਨ ਦੀ ਗੱਲ ਨਹੀਂ, ਮੈਂ ਉਹ ਸਿਰਫ ਕੋਰਿਲੇਟ ਕਰ ਰਿਹਾ। ਇੱਥੇ ਮੈਂ ਦੇਖ ਰਿਹਾ 60% ਦੀ ਗਰੋਸਰੀ ਮਹਿੰਗੀ ਹੋਈ ਹੈ ਇਹਨਾਂ ਦਿਨਾਂ 'ਚ ਜੀ। ਤੇਲ 1.5 ਗੁਣਾ ਚਲਾ ਗਿਆ, ਹਰੇਕ ਚੀਜ਼ 'ਚ ਮਹਿੰਗਾਈ ਹੋਈ ਹੈ। ਤੇ ਕੋਈ ਵੇਜਿਸ ਕੋਈ ਵੱਡੀ ਵਧਾਈ ਹੋਈ ਹੋਵੇ ਨਹੀਂ ਹੈ। ਮੈਂ ਇੱਥੇ ਬਹੁਤ ਲੋਕਾਂ ਨੂੰ ਮਿਲਿਆ, ਮੈਂ ਬੜਾ ਹੋਪਫੁਲ ਸੀ ਦੇਖ ਕੇ, ਬੜਾ ਖੂਬਸੂਰਤ ਮੁੜ ਕੇ ਬਹੁਤ ਚੰਗੀਆਂ ਚੀਜ਼ਾਂ ਹਨ। ਪਰ ਬੋਲਿਆ ਯਾਰ ਮੈਂ ਤਾਂ 2 ਸਾਲ ਦੀ ਵੇਟ ਤੇ ਬੈਠਾ, ਮੇਰਾ ਆਪਰੇਸ਼ਨ ਹੋ ਨਹੀਂ ਰਿਹਾ, ਡਾਕਟਰ ਨਹੀਂ ਹੈ। ਇਹ ਨਹੀਂ ਕਿ ਡਾਕਟਰ ਤੇ ਹੈ ਨਹੀਂ, ਹੈ, ਹੋ ਸਕਦੇ ਨੇ, ਹੋਰ ਵੀ ਹੋ ਸਕਦੇ ਨੇ, ਪਰ ਫੰਡ ਉਹਨਾਂ ਅਲਾਉਡ ਕਰਨਗੇ ਜਿੰਨਾ ਕੁ ਬੰਦੇ ਨੇ ਰੱਖਣਾ ਹੈ। ਮਰਦਿਆਂ ਨੂੰ ਤਾਂ ਐਮਰਜੈਂਸੀ ਜਾ ਕੇ ਆਪਰੇਸ਼ਨ ਕਰ ਦੇਣਗੇ, ਬਾਕੀ ਨੂੰ ਕਹੇ ਤੂੰ ਕਿਹੜਾ ਮਰਨ ਲੱਗਿਆ, ਕੋਈ ਨਹੀਂ, ਪਿਆਰ ਹੈ ਜੀ, ਵੇਖਾਂਗੇ ਜਦੋਂ ਦਿਆਂਗੇ ਡੇਟ, ਇਹਦਾ ਮੈਨੇ ਹੈ ਕੁਛ। ਇਹਨੂੰ ਵੀ ਸਮਝਣ ਦੀ ਜ਼ਰੂਰਤ ਹੈ। ਉਹ ਸਿਰਫ ਉੱਥੇ ਨਹੀਂ ਹੈ, ਕਿਤੇ ਘੱਟ ਹੈ, ਕਿਤੇ ਵੱਧ ਹੈ। ਕਿਉਂਕਿ ਜਦੋਂ ਸੋਵੀਅਤ ਯੂਨੀਅਨ 'ਚ ਇਨਕਲਾਬ ਹੋਇਆ ਜਾਂ ਅੱਜ ਉੱਥੇ ਕਿਸਾਨੀ ਲੜ ਰਹੀ ਹੈ, ਜਦੋਂ ਥੱਲੇ ਲਾਵਾ ਖਦਬਦਾਨਾ ਹੁੰਦਾ ਧਰਤੀ ਦੇ ਥੱਲੇ, ਉਹ ਕਿਸੇ ਇੱਕ ਜਗ੍ਹਾ ਤੋਂ ਹੁੰਦਾ, ਉਹਦੇ ਪਿੱਛੇ ਬਹੁਤ ਲੰਮਾ ਬੈਕਗਰਾਉਂਡ ਹੁੰਦੀ ਉਹਦੇ ਲਾਵੇ ਦੀ ਚੱਲਣ ਦੀ, ਤਾਕਤ ਫੜਨ ਦੀ। ਉਹ ਉੱਥੋਂ ਫੁੱਟੇਗਾ ਜਿੱਥੇ ਕਮਜ਼ੋਰ ਧਰਤੀ ਮਿਲੇਗੀ ਉਹਨੂੰ ਤੋਂ, ਉੱਥੋਂ। ਪਰ ਥੱਲੇ ਤਾਕਤ ਉਹਨੇ ਬਹੁਤ ਜਗ੍ਹਾ ਜੋੜ ਕੇ ਇਕੱਠੀ ਹੋਈ ਹੈ। ਪੰਜਾਬ 'ਚ ਪੂਰੇ ਹਿੰਦੁਸਤਾਨ ਸੀ, ਉਹਦੀ ਤਾਕਤ ਜਿਹੜੀ ਫੁੱਟੀ ਕਿਤੇ ਪੰਜਾਬ 'ਚੋਂ। ਪੂਰੀ ਦੁਨੀਆ 'ਚ ਉਦੋਂ ਵਰਕਿੰਗ ਕਲਾਸ ਸੀ ਜੋ ਲੜ ਰਹੀ ਸੀ, ਯੂਰਪ ਵਿੱਚ ਵੀ, ਇੰਗਲੈਂਡ 'ਚ ਵੀ। ਮੈਂ ਜਰਮਨੀ ਦਾ ਇਤਿਹਾਸ ਪੜ੍ਹ ਰਿਹਾ ਸੀ, 13, 17, 18, 23 4 ਅਟੈਂਪਟ ਹੋਏ ਇਨਕਲਾਬ ਵਾਸਤੇ ਨਹੀਂ ਹੋਇਆ, ਪਰ ਕਮਜ਼ੋਰ ਜ਼ਮੀਨ ਮਿਲੀ, ਉੱਥੇ ਬਲਾਸਟ ਕਰ ਗਿਆ ਉਹ। ਔਰ ਸਿਰਫ ਸੋਵੀਅਤ ਯੂਨੀਅਨ ਦੇ ਲੋਕ ਨਹੀਂ ਲੜੇ ਉਸ ਟਾਈਮ, ਕਿਸੇ ਨੂੰ ਵਹਿਮ ਹੋਵੇ। ਮੈਂ ਅੱਜ ਵੇਖ ਰਿਹਾ ਸੀ ਤੁਹਾਡੇ ਕੈਨੇਡਾ ਤੋਂ ਨਾਰਮਨ ਬੈਥਿਊਨ, ਉੱਥੇ ਜਾ ਕੇ ਚਾਈਨਾ ਲੜਿਆ। ਸਾਡੇ ਡਾਕਟਰ ਕੋਟਨਿਸ ਜੋ ਲੌਂਗ ਮਾਰਚ ਹੋ ਰਿਹਾ ਸੀ, ਉਦੋਂ ਪੂਰੀ ਦੁਨੀਆ ਭਰ ਦੀ ਤਾਕਤਾਂ ਜਿਹੜੀ ਚਾਹੁੰਦੀ ਸੀ ਕਿ ਦੁਨੀਆ ਤਬਦੀਲੀ ਹੋਵੇ, ਕਿਤੇ ਕਿਸੇ ਤਰੀਕੇ ਨਾਲ ਹੋਵੇ। ਔਰ ਜਿੱਥੇ ਵੀ ਤਬਦੀਲੀ ਦੇ ਚਾਂਸ, ਮੈਂ ਹੁਣ ਇਹਦੇ ਇਤਿਹਾਸ ਪੜ੍ਹ ਰਿਹਾ ਸੀ ਦਕਸ਼ਣੀ ਅਮਰੀਕਾ ਦਾ, ਕਿ ਕਿਊਬਾ ਦਾ ਰੈਵੋਲੂਸ਼ਨ ਕੌਣ ਕਰਨ ਵਾਲਾ? ਚੇ ਗਵੇਰਾ, ਉਹਦੇ ਬਹੁਤ ਵੱਡਾ ਨਾਮ ਸੁਣਿਆ ਮੈਂ। ਚੇ ਗਵੇਰਾ ਕਿੱਥੋਂ ਦਾ? ਅਰਜਨਟੀਨਾ ਦਾ। ਉੱਥੇ ਕੀ ਕਰਨ ਫਿਰਦਾ ਸੀ ਉਹ? ਕਿ ਇੱਕ ਦੁਨੀਆ 'ਚ ਪਰਿਵਰਤਨ ਹੋਣ, ਚੰਗੀ ਚੀਜ਼ ਆਵੇ ਦੁਨੀਆ 'ਚ। ਉਹ ਜਿਹੜੇ ਵੀ ਲੋਕ ਦੁਨੀਆ ਦੇ ਚਾਹੁੰਦੇ ਨੇ, ਉਹ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਹੁੰਦੀ ਸਮਝਦੇ ਨੇ ਕਿ ਅਸੀਂ ਇੱਥੇ ਕੰਟਰੀਬਿਊਟ ਕਰ ਸਕਦੇ ਹਾਂ, ਉੱਥੇ ਕਰਨ। ਅਸੀਂ ਵੀ ਜਿਹੜੇ ਮੁਲਕ 'ਚ ਬੈਠੇ ਹਾਂ, ਮੁਲਕ ਬਹੁਤ ਖੂਬਸੂਰਤ ਹੈ, ਕੁਦਰਤ ਨੇ ਬਹੁਤ ਕੁਝ ਦਿੱਤਾ ਇਹਨੂੰ, ਔਰ ਇਹਦਾ ਸ਼ੁਕਰੀਆ ਵੀ ਅਦਾ ਕਰਨਾ ਚਾਹੀਦਾ ਸਾਨੂੰ ਲੋਕਾਂ ਨੂੰ। ਇੱਥੇ ਵੀ ਜਿਹੜੀਆਂ ਸਾਡੀਆਂ ਜਿਹੜੇ ਲੋਕ ਨੇ ਉਹ ਕਿਸ ਰੰਗ ਦੇ ਨਸਲ ਦੇ ਨੇ, ਕਿਉਂਕਿ ਮੈਂ ਪਿਛਲੇ ਦਿਨ ਬੜਾ ਮੈਂ ਪੁੱਛਿਆ ਕੈਨੇਡਾ ਦਾ ਝੰਡਾ ਥੱਲੇ ਕੋ ਕੀਤਾ ਹੈ, ਕੋਈ ਡਿੱਗਿਆ ਹੈ ਇੱਕ ਸ਼ੋਰੂਮ ਮੈਂ ਦੇਖਿਆ ਸੇਵਨ ਫੂਡ ਦੇ ਉੱਤੇ। ਪਹਿਲਾਂ ਤਾਂ ਸਮਝ ਨਹੀਂ ਆਇਆ, ਫਿਰ ਉਹਨੂੰ ਦੱਸਿਆ ਨਹੀਂ ਇਹ ਨਹੀਂ, ਇਸ ਵਕਤ ਥੱਲੇ ਕੀਤਾ ਹੈ ਕਿ ਇੱਥੇ ਜਿਹੜੇ ਇੱਥੋਂ ਦੇ ਲੋਕ ਸੀ ਪਹਿਲੋਂ ਨੇਟਿਵ, ਉਹਨਾਂ ਦੇ ਬੱਚਿਆਂ ਨੂੰ ਸਿਵਲਾਈਜ਼ਡ ਕਰਨ ਦੇ ਨਾਂ ਥੱਲੇ ਕਿਵੇਂ ਮਾਰਿਆ ਗਿਆ ਹੈ। ਬਿਲਕੁਲ ਅੱਜ ਉਹਦੇ ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਨੇ, ਚੰਗੀ ਗੱਲ ਹੈ। ਪਰ ਅਗਾਂਹ ਰੁਕ ਜਾਣ। ਮੈਂ ਕੁਝ ਸਾਲ ਪਹਿਲੇ 18 ਦੀ ਗੱਲ ਹੈ, ਮੈਂ ਉੱਥੇ ਗਿਆ ਸੀ, ਇੰਗਲੈਂਡ ਗਿਆ ਸੀ ਦੋਸਤਾਂ ਨਾਲ, ਤੇ ਉਹ ਪਾਰਲੀਮੈਂਟ 'ਚ ਗਿਆ ਸੀ, ਜਲਿਆਂਵਾਲੇ ਬਾਗ ਦੇ ਉਸ ਮੈਸਕਰ ਉੱਤੇ ਮਾਫੀ ਮੰਗਣ। ਅਸੀਂ ਕਿ ਨਾ ਮੰਗਣ, ਅਗਾਂਹ ਰੋਕ ਦੇਣ ਜਲਿਆਂਵਾਲਾ ਬਾਗ ਕਰਨਾ, ਜਿਹੜਾ ਸੀਰੀਆ 'ਚ ਕਰ ਰਹੇ ਨੇ, ਇਰਾਕ 'ਚ ਕਰ ਰਹੇ ਨੇ, ਅਫਗਾਨਿਸਤਾਨ 'ਚ ਕਰ ਰਹੇ ਨੇ, ਬਾਕੀ ਜਗ੍ਹਾ ਕਰ ਰਹੇ ਨੇ। ਅਗਾਂਹ ਕੋਈ ਰੋਕ ਤਾਂ ਨਹੀਂ ਦਿੱਤਾ ਨਾ ਇਹਨਾਂ ਨੇ, ਪਿੱਛੇ ਮਾਫੀ ਮੰਗਦੇ ਚਲੇ ਜਾਓ, ਅਗਾਂਹ ਕਰਦੇ ਚਲੇ ਜਾਓ। ਇਹ ਤਾਂ ਕੋਈ ਰਸਤਾ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਗਲਤੀ ਤੋਂ ਸਿੱਖਣ ਦਾ ਮਤਲਬ ਹੈ ਕਿ ਅਗਾਂਹ ਅਸੀਂ ਉਹ ਗਲਤੀ ਨਾ ਕਰੀਏ। ਤੇ ਚਲੋ ਜੀ, ਹੁਣ ਆਪਾਂ ਇਜਾਜ਼ਤ ਲਈਏ ਜੀ। ਹਾਂਜੀ, ਸਮਾਂ ਕਾਫੀ ਹੋ ਗਿਆ ਵਾ। ਆਉਣ ਵਾਲੇ ਸਮੇਂ 'ਚ ਫਿਰ ਤੁਹਾਨੂੰ ਸੱਦਾ ਦੇਵਾਂਗੇ, ਕੁਝ ਹੋਰ ਮੁੱਦੇ ਉੱਪਰ ਗੱਲਬਾਤ ਹੋਵੇਗੀ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਇਹ ਸਨ ਜੀ ਸਰਦਾਰ ਹਰਪਾਲ ਸਿੰਘ ਜੀ। ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫਿਰੋਮਨ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ
ਕੋਸ਼ਿਸ਼ ਸਾਡੀ। ਧੰਨਵਾਦ।